ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਅੱਗੇ ਸਿਆਸੀ ਮਾਹਰ ਤੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਮੌਜੂਦ ਨੇ। ਵੱਡੀਆਂ ਖਬਰਾਂ ਜੋ ਚੱਲ ਰਹੀਆਂ ਨੇ ਉਹਨਾਂ ਉੱਤੇ ਚਰਚਾ ਕਰਾਂਗੇ। ਇੱਕ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 2 ਸੀਟਾਂ ਤੋਂ ਚੋਣ ਲੜ ਰਹੇ ਨੇ। ਦੂਜੀ ਸੀਟ ਭਦੌੜ ਦੀ ਹੈ, ਜਿੱਥੋਂ ਕਾਂਗਰਸ ਪਿਛਲੀ ਵਾਰ ਤੀਜੇ ਨੰਬਰ ਤੇ ਰਹੀ। ਕਿਹਾ ਜਾ ਰਿਹਾ ਹੈ ਕਿ ਸਮੀਕਰਨ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵਿਗਾੜਨ ਦੇ ਲਈ ਮਾਲਵੇ ਦੇ ਵਿੱਚ ਦਸਤਕ ਦਿੱਤੀ ਜਾ ਰਹੀ ਆ। ਨਾਲ ਇਹ ਵੀ ਕਿਹਾ ਜਾ ਰਿਹਾ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਚੰਨੀ ਸਾਹਿਬ ਨੂੰ ਅੱਗੇ ਰੱਖ ਕੇ, ਚੰਨੀ ਸਾਹਿਬ ਨੂੰ ਹੀ ਚਿਹਰਾ ਬਣਾ ਕੇ ਦਲਿਤ ਵੋਟ ਬੈਂਕ ਦਾ ਧਰੂਵੀਕਰਨ ਕਰਨਾ ਚਾਹੁੰਦੀ ਹੈ। ਇਸ ਲਈ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਐਲਾਨਿਆ ਜਾਏਗਾ। ਉਧਰੋਂ ਅਰਵਿੰਦ ਕੇਜਰੀਵਾਲ ਹੋਣਾ ਦਾ ਪੂਰਾ ਜ਼ੋਰ ਲੱਗਿਆ ਹੋਇਆ ਪੰਜਾਬ ਦੇ ਮਿਸ਼ਨ ਨੂੰ ਲੈ ਕੇ। ਕੇਜਰੀਵਾਲ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਅਸੀਂ ਦਫ਼ਤਰਾਂ ਦੇ ਵਿੱਚ, ਜਿਹੜੇ ਸਰਕਾਰੀ ਦਫ਼ਤਰ ਨੇ, ਉੱਥੇ ਸ਼ਹੀਦ ਭਗਤ ਸਿੰਘ ਤੇ ਡਾਕਟਰ BR ਅੰਬੇਦਕਰ ਦੀ ਤਸਵੀਰ ਲਾਵਾਂਗੇ। ਕਿਸੇ ਵੀ ਲੀਡਰ ਦੀ, ਕਿਸੇ ਵੀ ਮੁੱਖ ਮੰਤਰੀ ਦੀ, ਕਿਸੇ ਵੀ ਸਿਆਸੀ ਬੰਦੇ ਦੀ ਉੱਥੇ ਤਸਵੀਰ ਨਹੀਂ ਹੋਵੇਗੀ। ਕੀ ਇਹਦੇ ਨਾਲ ਪੰਜਾਬ ਦੇ ਵਿੱਚ, ਜਾਂ ਕਹਿ ਲਓ ਕਿ ਵੋਟਾਂ ਬਟੋਰਨ ਦੀ ਸਿਆਸਤ ਨੂੰ ਇੱਕ ਨਵਾਂ ਹੁਲਾਰਾ ਮਿਲਦਾ? ਨਾਲੋਂ ਨਾਲ ਗੱਲ ਕਿਸਾਨਾਂ ਦੀ ਵੀ ਕਰਾਂਗੇ ਕਿ ਉੱਤਰ ਪ੍ਰਦੇਸ਼, UP ਦੇ ਵਿੱਚ ਕਿਸਾਨਾਂ ਦਾ ਮਿਸ਼ਨ, ਰਾਕੇਸ਼ ਟਕੈਤ ਵੀ ਬੈਠੇ ਨੇ। ਟਕੈਤ ਸਾਹਿਬ ਨੇ ਕਹਿਤਾ ਕਿ UP ਦੇ ਵਿੱਚ ਲੋਕ ਨਾ ਮੰਦਿਰ ਨੂੰ ਵੋਟ, ਨਾ ਮਸਜਿਦ ਨੂੰ ਪਾਉਣਗੇ, ਉਹਨੂੰ ਪਾਉਣਗੇ ਜਿਹੜੇ ਕਿਸਾਨਾਂ ਦੀ ਆਵਾਜ਼ ਚੁੱਕਦੇ ਨੇ। ਪੰਜਾਬ ਦਾ ਮਿਸ਼ਨ ਕਿੱਦਾਂ ਦਾ ਰਹੇਗਾ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿਸਾਨਾਂ ਦਾ। ਸਵਾਗਤ ਹੈ ਤੁਹਾਡਾ ਹਮੀਰ ਸਿੰਘ ਜੀ। ਸ਼ੁਕਰੀਆ ਜੀ। ਹਮੀਰ ਸਿੰਘ ਜੀ, ਸਿਆਸਤ ਦੇ ਵਿੱਚ ਭਦੌੜ ਦੀ ਸੀਟ ਨੂੰ ਲੈ ਕੇ ਬੜੀ ਚਰਚਾ ਹੋ ਰਹੀ ਹੈ। ਪਹਿਲਾਂ ਚਰਚਾ ਰਹੀ ਕਿ ਮਜੀਠੀਆ ਜਿਹੜੇ ਨੇ ਉਹ ਅੰਮ੍ਰਿਤਸਰ ਪੂਰਬੀ ਤੋਂ ਸਿੱਧੂ ਦੇ ਖਿਲਾਫ ਨੇ, ਪਰ ਹੁਣ ਦੂਜੀ ਸੀਟ ਜਿਹੜੀ ਆ ਉਹ ਭਦੌੜ ਵਾਲੀ ਹੌਟ ਸੀਟ ਬਣ ਗਈ ਆ। ਜਿਹੜਾ ਪੋਲੀਟੀਕਲ ਪਾਰਟੀਆਂ ਨੇ, ਜਿਹੜੀਆਂ ਚੋਣਾਂ ਦੀ ਗੇਮ ਹੈ, ਇਹਦੇ ਨਾਲ ਕਿਸੇ ਬੰਦੇ ਨੂੰ ਕਿਸ ਤੇ ਉਤਾਰਨ ਦੇ ਵਿੱਚ ਕੀ ਹੋ ਸਕਦਾ, ਕਿਹੜੀ ਜਾਤ ਨੂੰ, ਕਿਹੜੇ ਧਰਮ ਨੂੰ, ਕਿਹੜੀ ਗੱਲ ਨੂੰ ਉਸਾਰਨ ਦੇ ਵਿੱਚ ਵੋਟ ਮਿਲ ਸਕਦੀ ਹੈ। ਅਸਲ 'ਚ ਪਿਛਲੇ 70-75 ਸਾਲਾਂ ਤੋਂ ਇਹਦੇ ਗੱਲ ਲਈ ਉਹ ਟ੍ਰੇਨਡ ਹੋਈਆਂ ਨੇ, ਔਰ ਇਸ ਗੱਲ 'ਚ ਵੀ ਟ੍ਰੇਨਡ ਹੋ ਚੁੱਕੀਆਂ ਨੇ ਕਿ ਜਿਹੜਾ ਲੋਕਾਂ ਦਾ ਵਰਤਾਂਤ ਹੈ ਉਹਨੂੰ ਕਿਵੇਂ ਸਾਈਡਲਾਈਨ ਕਰਨਾ ਹੈ। ਮਤਲਬ ਜਿਹੜੇ ਲੋਕਾਂ ਦੇ ਸਰੋਕਾਰ ਨੇ, ਅੱਜ ਤੱਕ ਲੋਕ ਕਹਿੰਦੇ ਆ ਰਹੇ ਨੇ ਸਾਡਾ ਆਹ ਗੱਲ ਨਹੀਂ ਹੋਈ, ਆਹ ਕੰਮ ਨਹੀਂ ਹੋਇਆ, ਪੰਜਾਬ ਦੇ ਬੜੇ ਮੁੱਦੇ ਨੇ ਜਿਹੜੇ ਕਰਕੇ ਪੰਜਾਬ ਗਿਰਾਵਟ ਵੱਲ ਜਾ ਰਿਹਾ, ਉਹਦੇ ਤੇ ਚਰਚਾ ਨਾ ਹੋਵੇ ਅਗਲੇ 15 ਦਿਨਾਂ ਦੇ ਵਿੱਚ ਵੀ, ਜਿਹੜੇ ਰਹਿ ਗਏ, ਮਤਲਬ ਬਹੁਤ ਪਹਿਲਾਂ ਹੀ ਬਹੁਤ ਸਮਾਂ ਗੁਜ਼ਰ ਚੁੱਕਿਆ ਤੇ ਜਿਹੜੇ ਥੋੜਾ ਸਮਾਂ ਵੀ ਰਹਿ ਗਿਆ, ਤਾਂ ਉਹ ਇਸ ਤਰੀਕੇ ਦੇ ਨਾਲ ਹੈ। ਉਹਦਾ ਰੀਜਨ ਇਹ ਹੈ ਕਿ ਜਿੰਨਾ ਚਿਰ ਪੋਲੀਟੀਕਲ ਧਿਰਾਂ, ਜੇ ਆਪਾਂ ਦੇਖੀਏ ਪਿਛਲੇ 30 ਸਾਲ ਦੀ, ਮਤਲਬ 97 ਦੀ ਇਲੈਕਸ਼ਨ ਤੱਕ ਵੀ ਆਪਾਂ ਦੇਖ ਲਈਏ, 97 ਦੀ ਇਲੈਕਸ਼ਨ ਤੱਕ ਵੀ ਸਿਆਸੀ ਧਿਰਾਂ ਕਿਸੇ ਨਾ ਕਿਸੇ ਵਿਚਾਰਧਾਰਕ ਜਾਂ ਕਿਸੇ ਨਾ ਕਿਸੇ ਸਿਆਸੀ ਏਜੰਡੇ ਤੇ ਆਪਣੀ ਕੰਪੇਨ ਚਲਾਉਂਦੀਆਂ ਸੀ ਕਿ ਮੈਂ ਇਹ ਕਰੂੰਗਾ, ਮੈਂ ਇਹ ਕਰੂੰਗਾ, ਜੋ ਵੀ ਤਰੀਕਾ ਸੀ। ਪਰ ਹੁਣ ਉਹ ਇਹ ਕਹਿੰਦੀਆਂ ਨੇ ਆਪਣੇ ਏਜੰਡੇ ਦੀ ਬਜਾਏ ਕਿ ਮੈਂ 22 'ਚ ਜਿੱਤਣ ਲਈ ਵੋਟ ਕਿਵੇਂ ਲਵਾਂਗਾ। ਉਹਦੇ 'ਚੋਂ ਫਿਰ ਨਤੀਜਾ ਇਹ ਆਉਂਦਾ ਹੈ, ਜਿਹੜਾ ਫਿਰ ਪੋਲੀਟੀਕਲ ਏਜੰਡਾ ਹੁੰਦਾ ਹੈ ਜਾਂ ਆਰਥਿਕ ਏਜੰਡਾ ਹੁੰਦਾ ਹੈ ਜਾਂ ਸਮਾਜਿਕ ਏਜੰਡਾ ਹੁੰਦਾ ਹੈ, ਉਹ ਸਾਈਡਲਾਈਨ ਹੋ ਕੇ ਉਹ ਕੇਵਲ ਤੇ ਕੇਵਲ ਬੰਦੇ ਨੂੰ ਤੁਰੰਤ ਫਾਇਦਾ ਦੇਣ ਵਾਲਾ ਏਜੰਡਾ ਕੋਈ ਕਰ ਦੋ, ਜਿਹਦੇ 'ਚ ਚਾਹੇ 1000 ਰੁਪਈਆ ਔਰਤਾਂ ਦਾ, 2000 ਰੁਪਈਆ ਔਰਤਾਂ ਦਾ, ਬਿਜਲੀ ਦਾ 300 ਯੂਨਿਟ, 400 ਯੂਨਿਟ, ਵੱਖ-ਵੱਖ ਟਾਈਪ ਦਾ ਤੁਸੀਂ ਇਹ ਚੀਜ਼ਾਂ, ਜਾਂ ਟੋਕਨਿਜ਼ਮ, ਟੋਕਨ ਦੇ ਤੌਰ ਤੇ ਵੀ ਦੇਖੋ ਜੀ ਅਸੀਂ ਦਲਿਤ ਚਿਹਰਾ ਲਿਆ ਰਹੇ ਹਾਂ, ਜੱਟ ਚਿਹਰਾ। ਪਹਿਲਾਂ ਵੀ ਆਪਾਂ ਕਈ ਵਾਰ ਗੱਲ ਕਰਦੇ ਵੀ ਹੁਣ ਤੱਕ ਜੱਟ ਚਿਹਰੇ ਹੀ ਰਹੇ ਨੇ ਜ਼ਿਆਦਾਤਰ। ਜੱਟ ਚਿਹਰਿਆਂ ਦੇ ਦੌਰ 'ਚ ਹੀ ਜੱਟ ਖੁਦਕੁਸ਼ੀ ਕਰਨ ਲੱਗੇ ਨੇ। ਕਿਸਾਨਾਂ ਦੀਆਂ ਖੁਦਕੁਸ਼ੀਆਂ ਜੇਕਰ ਇਸੇ ਤਰੀਕੇ ਨਾਲ ਮਾਮਲੇ ਹੱਲ ਹੋ ਜਾਂਦੇ ਟੋਕਨ ਨਾਲ, ਫਿਰ ਤਾਂ ਚੀਜ਼ਾਂ ਹੱਲ ਹੋ ਜਾਂਦੀਆਂ। ਉਹ ਤਬਕਾ ਤਾਂ ਬਿਲਕੁਲ ਗੁਲਸਰਲੇ ਉਡਾਉਂਦਾ ਨਾ, ਉਹ ਤਬਕਾ ਤਾਂ ਬਿਲਕੁਲ ਜ਼ਿੰਦਗੀ ਵਧੀਆ ਜਿਉਂਦਾ ਕਿ ਹਾਂ ਸਾਡਾ ਤਾਂ ਹੁਣ ਠੀਕ ਹੈ ਕੰਮ। ਉਹਨਾਂ ਨੇ ਆਪਦੀ ਹੋਂਦ ਦੀ ਲੜਾਈ ਲਈ 1.25 ਸਾਲ ਲੜਾਈ ਲੜੀ ਹੈ ਜਾ ਕੇ, ਇਸੇ ਕਰਕੇ ਕਿ ਨਹੀਂ ਠੀਕ ਹੋਇਆ, ਹੁਣ ਤੱਕ ਬਹੁਤ ਕੁਝ ਗੜਬੜ ਹੋ ਰਿਹਾ। ਇਸੇ ਤਰੀਕੇ ਨਾਲ ਜਿਹੜਾ ਇਹ ਹੋ ਰਿਹਾ ਕਿ ਕਦੇ ਇਦੋਂ ਪਹਿਲਾਂ ਵੀ ਪਿਛਲੀ ਇਲੈਕਸ਼ਨ 'ਚ ਵੀ ਇਹ ਕੀਤਾ ਗਿਆ ਸੀ 2017 ਦੀ 'ਚ, ਇਹ ਨਵਾਂ ਨਹੀਂ ਹੈ। ਜਿਵੇਂ 2017 ਦੀ 'ਚ ਭਗਵੰਤ ਮਾਨ ਨੂੰ ਜਲਾਲਾਬਾਦ ਭੇਜਿਆ ਗਿਆ, ਫਿਰ ਕਾਂਗਰਸ ਨੇ ਰਵਨੀਤ ਬਿੱਟੂ ਨੂੰ ਜਲਾਲਾਬਾਦ ਭੇਜਤਾ। ਉਸੇ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਲੰਬੀ ਚਲੇ ਗਏ, ਔਰ ਪਟਿਆਲਾ ਵੀ ਲੜਿਆ ਤੇ ਲੰਬੀ ਵੀ ਲੜੀ, ਤੇ ਜਰਨੈਲ ਸਿੰਘ ਦੇ ਮੁਕਾਬਲੇ ਜਿਹੜੇ ਆਮ ਆਦਮੀ ਪਾਰਟੀ ਦਾ ਜਰਨੈਲ ਸਿੰਘ ਉਦੋਂ ਸੀ। ਔਰ ਇਹ ਸਾਰਾ ਜਿਹੜਾ ਤਾਣਾ ਬਾਣਾ ਉਸ ਪੱਧਰ ਦੇ ਉੱਤੇ ਗਿਆ। ਔਰ ਇਹਦੇ ਨਾਲ ਦੀ ਨਾਲ ਇੱਕ ਗੱਲ, ਜਿਵੇਂ ਹੁਣ ਮਜੀਠੀਆ ਦੀ ਆ ਗਈ ਕਿ ਆਪਾਂ ਸਿੱਧੂ ਦੇ ਮੁਕਾਬਲੇ ਮਜੀਠੀਆ ਖੜਾ ਹੋਏਗਾ, ਔਰ ਇਸੇ ਤਰ੍ਹਾਂ ਹੁਣ ਚਰਨਜੀਤ ਚੰਨੀ ਦਾ ਆ ਗਿਆ। ਚਰਨਜੀਤ ਚੰਨੀ ਨੂੰ ਚੀਫ ਮਿਨਿਸਟਰ ਗੱਲ ਸੀ ਕਿ ਬਹੁਤੇ ਐਮਐਲਏ ਉਹਨਾਂ ਨੂੰ ਪਸੰਦ ਕਰਦੇ ਸੀ ਜਾਂ ਉਹਨਾਂ ਦੇ ਫੇਵਰ 'ਚ ਵੋਟ ਦਿੱਤੀ, ਜਾਂ ਕੋਈ ਚੰਨੀ ਦੀ ਉਸ ਲੈਵਲ ਦੀ ਉਹਨਾਂ ਨੂੰ ਲੱਗਦਾ ਹੋਵੇ ਵੀ ਕਾਬਲੀਅਤ ਹੈ ਜੀ, ਇਸੇ ਲੀਡਰ ਨੂੰ ਬਣਾਉਣਾ ਚਾਹੀਦਾ ਹੈ।
ਉਹਦੇ ਪਿੱਛੇ ਵੀ ਇੱਕ ਮਾਈਂਡਸੈਟ ਕਾਂਗਰਸ ਦਾ ਸ਼ੁਰੂ ਤੋਂ ਬਣਿਆ ਸੀ ਕਿ ਦੇਸ਼ ਪੱਧਰ ਦੇ ਉੱਤੇ ਕਿ ਜਿਹੜਾ ਦਲਿਤ ਸੈਕਸ਼ਨ ਹੈ, ਖਾਸ ਤੌਰ ਤੇ ਪੰਜਾਬ 'ਚ ਤਾਂ ਬਹੁਤ ਕਾਫੀ ਵੱਡੀ ਸੰਖਿਆ 'ਚੋਂ ਹੈ ਹੀ, ਪਰ ਪੂਰੇ ਦੇਸ਼ ਦੇ ਵਿੱਚ ਵੀ ਇਹਦਾ ਫਾਇਦਾ ਮਿਲ ਸਕਦਾ। ਅਸੀਂ ਕਹਾਂਗੇ ਦੇਖੋ ਅਸੀਂ ਇਸ ਸਮੇਂ ਜਿਹੜਾ ਮੌਜੂਦਾ ਸਿਆਸਤ ਚੱਲ ਰਹੀ ਹੈ ਇਹਦੇ 'ਚ ਅਸੀਂ ਪਹਿਲਾ ਚੀਫ ਮਿਨਿਸਟਰ ਆਪ ਬਣਾਇਆ ਜੀ, ਦਲਿਤ ਚੀਫ ਮਿਨਿਸਟਰ ਬਣਾਇਆ, ਤਾਂ ਕਿ ਦਲਿਤਾਂ ਦਾ ਇੱਕ ਸੈਂਟੀਮੈਂਟ, ਇੱਕ ਜਜ਼ਬਾਤ ਜਿਹੜਾ ਉਹ ਸਾਡੇ ਨਾਲ ਵੋਟਿੰਗ ਦੇ ਤੌਰ ਤੇ ਆ ਜੇ। ਤੇ ਇਹਦੇ 'ਚ ਫਿਰ ਰੌਲਾ ਚੱਲਿਆ, ਨਵਜੋਤ ਸਿੱਧੂ ਕਹਿ ਰਿਹਾ ਮੈਂ ਪੰਜਾਬ ਏਜੰਡੇ ਦੀ ਗੱਲ ਕਰਨੀ ਹੈ, ਮੈਂ ਪੰਜਾਬ ਦੀ ਗੱਲ ਕਰਨੀ ਹੈ, ਮੇਰੇ ਮਗਰ ਨੇ ਲੋਕ। ਤਾਂ ਜਿਹੜਾ ਪਿਛਲੇ ਦਿਨਾਂ 'ਚ ਰਾਹੁਲ ਗਾਂਧੀ ਦਾ ਦੌਰਾ ਸੀ, ਉਹਨੇ ਸ਼ਾਇਦ ਦੋਨਾਂ ਨਾਲ ਗੱਲ-ਗੁੱਲ ਕਰਕੇ ਇੱਕ ਤਰੀਕਾ ਲੈ ਲਿਆ। ਦੋਨਾਂ ਦੇ ਜਿਵੇਂ ਕਹਿੰਦੇ ਨੇ ਹੱਥ ਬਣਾਉਣ ਦਾ ਇੱਕ ਤਰੀਕਾ ਹੁੰਦਾ, ਸਾਡੇ ਹਾਈ ਕਮਾਂਡ ਕਲਚਰ ਹੈ। ਇਹਦੋਂ ਪਹਿਲਾਂ ਵੀ ਇਹੀ ਕੰਮ ਰਿਹਾ, ਪਹਿਲਾਂ ਵੀ ਕਲਚਰ ਇਹੀ ਰਿਹਾ ਕਿ ਜੇ ਜਿੱਤ ਵੀ ਜਾਂਦੇ ਨੇ ਤਾਂ ਇੱਕ ਲਾਈਨ ਦਾ ਮਤਾ ਪਾ ਕੇ ਭੇਜਦੇ ਨੇ ਸਾਰੇ ਐਮਐਲਏ ਵੀ ਜਿਹਨੂੰ ਨੋਮੀਨੇਟ ਕਰੇਗੀ ਹਾਈ ਕਮਾਂਡ ਤੇ ਉਹਨੂੰ ਮੰਨ ਲਿਆ ਜਾਏਗਾ। ਸਾਡੇ ਚੀਫ ਮਿਨਿਸਟਰ ਚੁਣੇ ਨਹੀਂ ਜਾਂਦੇ, ਚੀਫ ਮਿਨਿਸਟਰਾਂ ਦੀਆਂ ਨਾਮਜ਼ਦਗੀਆਂ ਹੁੰਦੀਆਂ ਨੇ। ਕਈ ਚੋਣਾਂ ਤੋਂ ਪਹਿਲਾਂ ਕਰ ਦਿੰਦੀ ਹੈ ਹਾਈ ਕਮਾਂਡ, ਕਈ ਵਾਰ ਚੋਣਾਂ ਤੇ ਜਿਹੜੇ ਨਹੀਂ ਕਰਦੀ ਪਹਿਲਾਂ ਤਾਂ ਉਹ ਬਾਅਦ ਦੇ ਵਿੱਚ ਹੁੰਦੀ ਹੈ। ਨਾਮਜ਼ਦਗੀ ਹਾਈ ਕਮਾਂਡ ਹੀ ਕਰਦੀ ਹੈ, ਸਾਡੇ ਐਮਐਲਏ ਨਹੀਂ ਚੁਣਦੇ। ਇਹ ਕਹਿਣ ਦਾ ਸਵਾਲ ਹੈ ਕਿ ਐਮਐਲਏ ਚੁਣਦੇ ਨੇ, ਐਮਐਲਏ ਚੁਣਦੇ ਹੁੰਦੇ ਤਾਂ ਸ਼ਾਇਦ ਲੀਡਰਸ਼ਿਪ ਹੋਰ ਹੁੰਦੀ ਕੋਈ। ਇਸੇ ਕਰਕੇ ਹੁਣ ਇਹ ਆ ਗਿਆ ਕਿ ਚਲੋ ਜੀ ਉੱਥੇ ਉਹ ਜਿਹੜੀ ਸਟੇਜ ਵਰਚੁਅਲ ਰੈਲੀ ਵਾਲੀ ਜਲੰਧਰ 'ਚ ਸੀਗੀ, ਰਾਹੁਲ ਗਾਂਧੀ ਨੇ ਕਿਹਾ ਕਿ ਦੋਨਾਂ ਨੇ ਮੈਨੂੰ ਕਿਹਾ ਕਿ ਠੀਕ ਹੈ ਜੀ ਜੋ ਤੁਸੀਂ ਕਰੋਗੇ ਅਸੀਂ ਨਾਲ ਚੱਲਾਂਗੇ, ਦੋਨਾਂ ਚੋਂ ਕੋਈ ਚੁਣਨਾ ਹੈ। ਅਸੀਂ ਉਹ ਰਾਏ ਵੀ ਲੈ ਰਹੇ ਹਾਂ, ਇੱਕ ਅੱਜ ਕੱਲ੍ਹ ਚੱਲ ਵੀ ਰਿਹਾ ਵੀ ਉਹਨਾਂ ਨੇ ਵੀ ਕੇਜਰੀਵਾਲ ਵਾਂਗ ਇੱਕ ਐਪ ਹੈ ਜਿਹੜੀ ਉਹਨਾਂ ਦੀ ਸ਼ਕਤੀ, ਇੱਕ ਉਹਦੇ ਤੇ ਆਪਦੇ ਅੰਦਰੋਂ ਰਾਏ ਲੈ ਰਹੇ ਨੇ ਕੌਣ ਬਣੇਗਾ ਕੌਣ ਨਹੀਂ। ਪਰ ਲੋਕਾਂ ਨੂੰ ਉੱਥੇ ਹੀ ਇੱਕ ਥੋੜਾ ਜਿਹਾ ਮਾਹੌਲ ਜਚਣ ਲੱਗ ਗਿਆ ਸੀ ਕਿ ਫੈਸਲਾ ਹਾਈਕਮਾਂਡ ਕਰ ਚੁੱਕੀ ਹੈ ਚਿਹਰਾ ਦੇਣ ਦਾ, ਤੇ ਚਿਹਰਾ ਕਿਹਨੂੰ ਦੇਣਾ ਉਹ ਵੀ ਲਗਭਗ ਜਿਹੜੇ ਸੰਕੇਤ ਨਜ਼ਰ ਆ ਰਹੇ ਸੀ। ਹੁਣ ਜਦੋਂ ਚੰਨੀ ਨੂੰ ਉਦੋਂ ਬਣਾਇਆ ਤੇ ਹੁਣ ਇਹ ਹਟਾਉਣ ਦਾ ਉਦੋਂ ਤੋਂ ਵੀ ਇਹ ਡਿਬੇਟ ਚੱਲ ਰਹੀ ਹੈ। ਲੋਕਾਂ ਨੂੰ ਇਹ ਜ਼ਰੂਰ ਲੱਗਦਾ ਸੀ ਵੀ ਜੇ ਚੰਨੀ ਨੂੰ ਫੇਸ ਦੇ ਤੌਰ ਤੇ ਹਟਾ ਦਿੰਦੇ ਨੇ ਤਾਂ ਫਿਰ ਇੱਕ ਜਿਹੜੀ ਗੱਲ ਕਰਕੇ ਉਹ ਬਣਾ ਰਹੇ ਸੀ ਕਿ ਦਲਿਤ ਸੈਕਸ਼ਨ ਆਏਗਾ ਤਾਂ ਇਹਦਾ ਕਿਤੇ ਉਲਟਾ ਅਸਰ ਨਾ ਚਲਾ ਜਾਏ ਮੋੜ ਕੇ। ਜੇ ਉਲਟਾ ਅਸਰ ਚਲਾ ਜਾਏਗਾ ਤਾਂ ਜਿਹੜੀ ਵੋਟ ਬੈਂਕ ਦੇ ਸਹਾਰੇ ਤੁਸੀਂ ਚਾਹੁੰਦੇ ਹੋ ਅਸੀਂ ਸਰਕਾਰ ਬਣਾਉਣ ਦੀ ਦੁਬਾਰਾ ਦਾਅਵੇਦਾਰੀ ਕਰਦੇ ਹਾਂ, ਫਿਰ ਉਹ ਸੁਪਨਾ ਨਾ ਟੁੱਟ ਜੇ, ਉਸ ਪੱਧਰ ਦਾ ਨਾ ਟੁੱਟ ਜੇ। ਇੱਕ ਗੱਲ ਇਹ ਵੀ ਕਲੀਅਰ ਹੈ ਕਿ ਨਵਜੋਤ ਸਿੱਧੂ ਦੀ ਜਨਰਲ ਪਪੂਲੈਰਿਟੀ ਕਿੰਨੀ ਹੈ ਕਿੰਨੀ ਨਹੀਂ ਇਹ ਤਾਂ ਤਸਦੀਕ ਹੋਣੀ ਹੈ, ਪਰ ਪਾਰਟੀ ਦੇ ਅੰਦਰ ਜਿਹੜੇ ਉਮੀਦਵਾਰ ਖੜੇ ਨੇ ਪਾਰਟੀ ਦੇ ਹੋਣ ਜਾਂ ਇਦੋਂ ਪਹਿਲਾਂ ਵਾਲੇ ਐਮਐਲਏ ਚੱਲ ਰਹੇ ਸੀ, ਉਹਨਾਂ 'ਚ ਬਹੁਤ ਗਿਣਤੀ ਨਵਜੋਤ ਸਿੱਧੂ ਦੇ ਪੱਖ 'ਚ ਨਹੀਂ ਹੈ। ਉਹਨਾਂ 'ਚ ਬਹੁਤ ਗਿਣਤੀ ਬੋਲ ਕੇ ਵੀ ਉਹ ਕਹਿੰਦੇ ਨੇ ਕਿ ਉਹਨਾਂ ਨੇ ਪਿਛਲੇ ਦਿਨਾਂ 'ਚ ਕਈ ਮੰਤਰੀਆਂ ਨੇ ਕਈ ਹੋਰਾਂ ਨੇ ਕਿਹਾ ਕਿ ਚੰਨੀ ਚਾਹੀਦਾ। ਹੋ ਸਕਦਾ ਇੱਕ ਕਾਰਨ ਚੰਨੀ ਦਾ ਪਿੱਛੇ ਇਹ ਵੀ ਹੋਵੇ ਜਿੱਥੇ ਵੋਟਾਂ ਉਹਨਾਂ ਨੂੰ ਲੱਗਦਾ ਹੋਵੇ ਕਿ ਦਲਿਤ ਮਿਲ ਗਿਆ। ਇਹਦੇ ਤੋਂ ਇਲਾਵਾ ਇਹ ਵੀ ਮਿਲਦਾ ਵੀ ਜੇ ਚੀਫ ਮਿਨਿਸਟਰ ਬਣ ਜਾਂਦਾ ਤਾਂ ਚੰਨੀ ਦੀ ਚੀਫ ਮਿਨਿਸਟਰਸ਼ਿਪ ਹੇਠ ਅਸੀਂ ਮੰਤਰੀ ਆਪਣੇ ਤਰੀਕੇ ਨਾਲ ਚੱਲ ਸਕਦੇ ਆ। ਜਦੋਂ ਮਜ਼ਬੂਤ ਚੀਫ ਮਿਨਿਸਟਰ ਵਾਲਾ ਮਾਹੌਲ ਆਉਂਦਾ, ਚਾਹੇ ਜਿਵੇਂ ਅਮਰਿੰਦਰ ਸਿੰਘ ਸੀ ਜਾਂ ਬਾਕੀ ਸੀ, ਤਾਂ ਮੰਤਰੀਆਂ ਨੂੰ ਅੱਜ ਕੱਲ੍ਹ ਦੀ ਡੈਮੋਕ੍ਰੇਸੀ 'ਚ ਬਹੁਤ ਹੀ ਸੱਦ ਪੁੱਛ ਨਹੀਂ ਹੁੰਦੀ, ਚੀਫ ਮਿਨਿਸਟਰ ਸਾਰਾ ਕੁਝ ਹੋ ਜਾਂਦਾ। ਔਰ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਤਾਕਤਵਰ ਹੋਵੇ, ਪ੍ਰਧਾਨ ਮੰਤਰੀ ਸਾਰਾ ਕੁਝ ਹੋ ਜਾਂਦਾ। ਹੋ ਸਕਦਾ ਉਹਦੇ ਪਿੱਛੇ ਕਿ ਨਜ਼ਰੀਆ ਵੀ ਹੋਵੇ ਮੰਤਰੀਆਂ ਦਾ ਜਾਂ ਐਮਐਲਏ ਦਾ ਵੀ ਚੱਲ ਕੋਈ ਗੱਲ ਨਹੀਂ ਇਹਦੇ ਤਾਂ ਆਪਾਂ ਚੱਲਦੇ ਹੀ ਰਹਿ ਸਕਦੇ ਹਾਂ ਉਸ ਪੱਧਰ ਦੇ ਉੱਤੇ। ਇਹ ਸਾਰੇ ਮਾਹੌਲ ਦੇ ਵਿੱਚੋਂ ਮੈਨੂੰ ਇਹ ਲੱਗਦਾ ਕਿ ਜਿਹੜੀ ਭਦੌੜ ਸੀਟ ਵੀ ਚਰਨਜੀਤ ਸਿੰਘ ਚੰਨੀ ਨੂੰ ਭੇਜਿਆ ਗਿਆ, ਕੋਈ ਉਹ ਸੇਫ ਵਗੈਰਾ ਸੀਟ ਨਹੀਂ ਹੈ। ਜਿਹੜੇ ਲੋਕ ਇਹ ਕਹਿੰਦੇ ਨੇ ਕਿ ਜੀ ਚਮਕੌਰ ਸਾਹਿਬ ਇਸ ਲਈ ਛੱਡ ਰਿਹਾ ਹੈ ਕਿਉਂਕਿ ਇੱਥੇ ਹਾਰ ਰਿਹਾ ਤੇ ਉੱਥੇ ਜਾ ਰਿਹਾ, ਉੱਥੇ ਵਾਲੀ ਸੇਫ ਸੀਟ ਨਹੀਂ ਹੈ ਉਸ ਪੱਧਰ ਦੇ ਉੱਤੇ। ਜੇਕਰ ਕੋਈ ਮਜੀਠੀਆ ਨੂੰ ਇਹ ਕਹਿੰਦਾ ਕਿ ਉੱਥੇ ਸੇਫ ਸੀਟ ਹੈ ਜੀ, ਦੋ ਤੇ ਲੜ ਰਿਹਾ, ਸੇਫ ਸੀਟ ਤਾਂ ਉਹਦੀ ਮਜੀਠਾ ਹੀ ਹੈ, ਪਰ ਤੁਸੀਂ ਇੱਕ ਤਰੀਕੇ ਨਾਲ ਜਾ ਰਹੇ ਹੋ ਉਸ ਪੱਧਰ ਦੇ ਉੱਤੇ। ਬਿਲਕੁਲ। ਔਰ ਇਸੇ ਗੱਲ ਦੇ ਵਿੱਚ ਪਰ ਇੱਕ ਗੱਲ ਜ਼ਰੂਰ ਹੈ, ਕਿਉਂਕਿ ਜਦੋਂ ਪਤਾ ਹੀ ਹੈ ਤੁਸੀਂ ਅਸੈਂਬਲੀ ਲੜ ਰਹੇ ਹੋ ਤਾਂ ਤੁਸੀਂ ਹੁਣ ਤੁਰੰਤ, ਇਹਦਾ ਮਤਲਬ ਇਹ ਹੈ ਕਿ 2 ਸੀਟਾਂ ਤਾਂ ਵੇਕੈਂਟ ਹੋ ਜਾਣਗੀਆਂ ਤੁਰੰਤ, 2 ਦੀ ਬਾਈ ਇਲੈਕਸ਼ਨ ਤੁਰੰਤ ਸ਼ੁਰੂ ਹੋ ਜਾਊਗੀ। ਬਿਲਕੁਲ। ਜੇ ਮਜੀਠਾ ਜਿੱਤ ਜਾਂਦਾ ਮੰਨ ਲਓ ਉੱਥੋਂ ਤਾਂ ਬਾਈ ਇਲੈਕਸ਼ਨ ਹੋਏਗੀ, ਇੱਕ ਤਾਂ ਛੱਡੂ ਨਾ। ਜੇ ਚੰਨੀ ਦੋਨਾਂ ਤੋਂ ਜਿੱਤ ਜਾਂਦਾ ਤਾਂ ਦੋਨਾਂ ਚੋਂ ਇੱਕ ਛੱਡੂਗਾ, ਜੇ ਬਾਈ ਚਾਂਸ ਹੋਏਗਾ ਤਾਂ ਇਹ ਜਿਹੜਾ ਇੱਕ ਸਾਡੇ ਆਪਸ਼ਨ ਦਿੱਤੀ ਗਈ ਹੈ ਕਾਨੂੰਨ ਦੇ ਵਿੱਚ ਉਹ ਅਲੱਗ ਗੱਲ ਹੈ। ਪਰ ਮੇਰਾ ਖਿਆਲ ਹੈ ਕਿ ਬਹੁਤ ਖਾਸ ਹਾਲਾਤ 'ਚ ਕੁਝ ਇਹੋ ਜਿਹਾ ਕਰਨ ਦੀ ਲੋੜ ਹੁੰਦੀ ਹੈ, ਨਾਰਮਲ ਹਾਲਾਤ 'ਚ ਜੇਕਰ ਕੀਤਾ ਜਾਂਦਾ ਤਾਂ ਇਹ ਬਹੁਤ ਜ਼ਿਆਦਾ ਹੈ ਸਿਹਤਮੰਦ ਕਦਮ ਨਹੀਂ ਇਹਨੂੰ ਕਿਹਾ ਜਾਏਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਰ ਨਾਲ ਦੀ ਨਾਲ ਇਹ ਜ਼ਰੂਰ ਹੈ ਕਿ ਕਿਉਂਕਿ ਉਹ ਤਿੰਨੇ ਹਲਕੇ ਜੇ ਆਪਾਂ ਦੇਖਦੇ ਹਾਂ ਉਦੋਂ ਬਰਨਾਲਾ ਤੇ ਭਦੌੜ ਵੀ ਦੋਨੋਂ ਆਮ ਆਦਮੀ ਪਾਰਟੀ ਨੇ ਜਿੱਤੇ, ਜਿਹੜੇ ਨੇੜੇ ਦੇ ਹਲਕੇ ਜਿਹੜੇ ਉਸ ਲੈਵਲ ਤੇ ਬਣਦੇ ਸੀ। ਔਰ ਮਹਿਲ ਕਲਾਂ ਵੀ ਉਸ ਏਰੀਏ ਦਾ ਇੱਕ ਹਲਕਾ ਉਸੇ ਤਰੀਕੇ ਨਾਲ ਚੱਲਦਾ ਤੇ ਇਸ ਵਾਰ ਵੀ ਇਹ ਲੱਗ ਰਿਹਾ ਸੀ ਕਿ ਉਹ ਬਰਨਾਲਾ ਜ਼ਿਲ੍ਹਾ ਸੰਗਰੂਰ 'ਚ ਕਾਫੀ ਆਪ ਦਾ ਜਿਹੜਾ ਇੱਕ ਮਾਹੌਲ ਲੋਕ ਉਹ ਕਹਿੰਦੇ ਨੇ ਉਹਨਾਂ ਨੂੰ ਲੱਗਦਾ ਕਿ ਜੇ
ਚੰਨੀ ਜਾਂਦਾ ਹੈ ਉੱਥੇ, ਤਾਂ ਉਹਨਾਂ ਸਾਰੀਆਂ ਸੀਟਾਂ ਤੇ, ਜਿਵੇਂ ਲੋਕ ਕਹਿੰਦੇ ਨੇ ਭਗਵੰਤ ਮਾਨ ਧੂਰੀ ਆ ਗਿਆ ਤਾਂ ਉਹਦਾ 2-4 ਸੀਟਾਂ ਤੇ ਅਸਰ ਨੇੜਲੀਆਂ ਤੇ ਪੈਣ ਦੀ, ਜਦੋਂ ਮੇਨ ਲੀਡਰ ਜਾਂਦਾ ਹੈ ਉਹ ਕੰਪੇਨ ਕਰਦਾ ਹੈ ਤੇ ਲੋਕਾਂ ਨੂੰ ਇੱਕ ਇਹ ਮਿਲਦਾ ਹੈ, ਤਾਂ ਇਹ ਨਹੀਂ ਹੋਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੀਆਂ ਵੋਟਾਂ ਖਿੱਚਣ ਲਈ ਇਹ ਕੀਤਾ, ਕੋਈ ਇੱਕ ਪਾਰਟੀ ਨੇ ਨਹੀਂ। ਜਦੋਂ ਮੋਦੀ ਬਨਾਰਸ ਆਇਆ ਗੁਜਰਾਤ ਤੋਂ, ਪਹਿਲੀ 2014 ਦੀ ਉੱਤੇ, ਹੁਣ ਤਾਂ ਦੁਬਾਰਾ ਬਨਾਰਸ ਤੋਂ ਹੀ ਲੜੀ ਹੈ, ਉਦੋਂ ਵੀ ਇਹ ਸੀ ਤੇ ਉਹਨੇ ਆ ਕੇ ਕਿਹਾ ਬਨਾਰਸ ਦੇ ਲੋਕਾਂ ਨੂੰ ਮੈਂ ਗੁਜਰਾਤ ਵਾਲੀ ਸੀਟ ਛੱਡੂਗਾ। ਉਸ ਤੋਂ ਬਾਅਦ ਜੇ ਲੋਕਾਂ ਨੇ ਇਹ ਵੀ ਸਵਾਲ ਕੀਤਾ ਵੀ ਜੇ ਜਿੱਤ ਕੇ ਤੂੰ ਸਵਾਲ ਛੱਡ ਗਿਆ, ਇਹ ਚੰਨੀ ਦੇ ਵੀ ਸਾਹਮਣੇ ਸਵਾਲ ਆਉਣਾ ਹੈ ਕਿ ਜੇ ਫਿਰ ਚਮਕੌਰ ਸਾਹਿਬ ਰੱਖ ਲਈ ਸਾਡੇ ਤਾਂ ਫਿਰ ਕੋਈ ਫਾਇਦਾ ਨਹੀਂ ਹੋਣਾ। ਇਹ ਜਦੋਂ ਸਵਾਲ ਆਉਂਦੇ ਨੇ ਤਾਂ ਨਰਿੰਦਰ ਮੋਦੀ ਨੂੰ ਕਹਿਣਾ ਪਿਆ ਕਿ ਗੰਗਾ ਮਾਂ ਨੇ ਬਣਾਇਆ ਜੀ, ਮੈਂ ਤਾਂ ਬਨਾਰਸ ਰਹੂੰਗਾ, ਮੈਂ ਹੁਣ ਯੂਪੀ ਦਾ। ਕਾਰਨ ਕੀ ਸੀ? ਕਾਰਨ ਇਹ ਸੀ ਕਿ ਯੂਪੀ ਆਉਣ ਦਾ ਮਤਲਬ ਕਿ ਹਿੰਦੂਤਵੀ ਸਿਆਸਤ ਨੂੰ ਇੰਡੋਰਸ ਕਰਨਾ। ਅਸੀਂ ਯੂਪੀ ਦਾ ਕਿੰਨਾ ਖਿਆਲ ਰੱਖਦੇ ਆ, ਪ੍ਰਧਾਨ ਮੰਤਰੀ ਵੀ ਤੁਹਾਡੇ ਰਾਹੀਂ ਆਊਗਾ, ਅਸੀਂ ਯੂਪੀ ਦੀਆਂ 80 ਸੀਟਾਂ ਦੇ ਵਿੱਚੋਂ ਸੀਟਾਂ ਲਿਜਾਣੀਆਂ ਨੇ। ਇਹਦਾ ਫਾਇਦਾ ਵੀ ਹੋਇਆ ਬੀਜੇਪੀ ਨੂੰ। ਮਤਲਬ ਇਹ ਫਾਇਦੇ ਨੁਕਸਾਨ ਵੀ ਹੁੰਦੇ ਨੇ ਵੋਟ ਦੇ ਐਂਗਲ ਤੋਂ। ਤਾਂ ਯੂਪੀ ਨੂੰ ਫਾਇਦਾ ਹੋਇਆ ਜਾਂ ਨਾ ਹੋਇਆ ਇਹ ਅਲੱਗ ਸਵਾਲ ਹੈ, ਯੂਪੀ ਤੋਂ ਕੁਝ ਨਹੀਂ ਹੋਇਆ, ਪਰ ਬੀਜੇਪੀ ਨੂੰ ਵੋਟ ਦੇ ਰੂਪ ਦੇ ਵਿੱਚ ਫਾਇਦਾ ਹੋਇਆ। ਔਰ ਇਸੇ ਤਰੀਕੇ ਦੇ ਨਾਲ ਜੇਕਰ ਭਦੌੜ ਚੱਲੀ ਜਾਂਦਾ ਤਾਂ ਲਾਜ਼ਮੀ ਹੈ ਕਿ ਉੱਥੇ ਥੋੜੀ ਜਿਹੀ ਲੜਾਈ ਟੱਪ ਹੋ ਜਾਏਗੀ, ਮੁਕਾਬਲਤਨ ਆਲੇ ਦੁਆਲੇ ਵੀ ਇੱਕ ਚਰਚਾ ਜ਼ਿਆਦਾ ਰਹੂਗੀ ਤੇ ਲੋਕਾਂ ਨੂੰ ਦੇ ਵਿੱਚ ਹੋ ਸਕਦਾ ਕਾਂਗਰਸ ਨੂੰ ਵੋਟ 'ਚ ਮਾੜਾ ਮੋਟਾ ਉਹਦਾ ਕੋਈ ਫਾਇਦਾ ਆਲੇ ਦੁਆਲੇ ਸੀਟਾਂ ਦੇ ਵਿੱਚ ਹੋਣ ਦੀ ਸੰਭਾਵਨਾ ਹੋਵੇ, ਜਿਹਦੇ ਕਰਕੇ ਇਹ ਗੱਲ ਕੀਤੀ ਹੈ। ਪਰ ਇਹ ਸਾਰਾ ਸਵਾਲ ਜਿਹੜੇ ਹੋ ਰਹੇ ਨੇ, ਇਹ ਸਾਰੇ ਪੰਜਾਬ ਦੇ ਜਿਹੜੇ ਬੁਨਿਆਦੀ ਮੁੱਦੇ ਨੇ, ਪੰਜਾਬ ਜਿਹੜੀਆਂ ਗੱਲਾਂ ਲੋਚਦਾ ਹੈ, ਪੰਜਾਬ ਜਿਹਦੇ ਕਰਕੇ ਖੜਾ ਕਿ ਇਹਦੇ ਤੇ ਗੱਲ ਹੋਣੀ ਚਾਹੀਦੀ ਹੈ, ਉਹਨੂੰ ਸਾਈਡਲਾਈਨ ਕਰਨ ਵਾਲੀ ਡਿਬੇਟ ਤੇ ਸਾਈਡਲਾਈਨ ਕਰਨ ਵਾਲੀਆਂ ਗੱਲਾਂ ਨੇ। ਕਿਉਂਕਿ ਜਦੋਂ ਉਹ ਨਹੀਂ ਹੋਏਗਾ ਫਿਰ ਹੁਣ ਇਹੀ ਆ ਜਾਏਗਾ ਚੰਨੀ ਕਿੰਨੇ ਥਾਂ ਤੋਂ ਜਿੱਤੂ, ਇੱਥੋਂ ਜਿੱਤੂਗਾ ਜਾਂ ਨਹੀਂ ਜਿੱਤੂ, ਅਗਲੇ ਦਿਨ ਇਹਦੇ ਚ ਲੱਗ ਜਾਣਗੇ। ਤਾਂ ਲੋਕਾਂ ਦੀ ਗੱਲ ਕੌਣ ਕਰੇਗਾ? ਲੋਕਾਂ ਦੇ ਇਸ਼ੂਜ਼ ਦੀ, ਮੁੱਦਿਆਂ ਦੀ ਤੇ ਬਾਕੀ ਦੀਆਂ ਗੱਲਾਂ ਨੇ ਜਿਹੜੀਆਂ ਉਹ ਥਾਏ ਰਹਿ ਜਾਣਗੀਆਂ। ਜਿਹੜਾ ਬਿਰਤਾਂਤ ਆ ਪਾਰਟੀਆਂ ਨੇ ਕੈਪਚਰ ਕਰ ਲਿਆ ਆਪਣੇ ਹੱਥ 'ਚ। ਜਿਹੜਾ ਕਿਸਾਨ ਅੰਦੋਲਨ ਦਾ ਬਿਰਤਾਂਤ ਸੀ ਕਿ ਕਿਸਾਨਾਂ ਦੇ ਹੱਥ 'ਚ ਡਿਸਕੋਰਸ ਸੀ, ਇੱਕ ਚੱਲ ਰਿਹਾ ਨੈਰੇਟਿਵ ਚੱਲ ਰਿਹਾ ਸੀਗਾ ਕਿ ਇਹਦੇ ਤੇ ਬੋਲੋ। ਪੰਜਾਬ ਦੇ ਲੋਕ ਅਜੇ ਤੱਕ ਇਹਦੇ 'ਚ ਕਾਮਯਾਬ ਹੁੰਦੇ ਦਿਖਾਈ ਨਹੀਂ ਦੇ ਰਹੇ। ਜੇਕਰ ਪੰਜਾਬ ਦੇ ਲੋਕ, ਅੰਦੋਲਨ 'ਚੋਂ ਆਏ ਲੋਕ, ਹਰ ਇੱਕ ਨੂੰ ਘੇਰ ਘੇਰ ਸਵਾਲ ਕਰਨਗੇ ਕਿ ਮੇਰੇ ਮੁੱਦੇ ਦਾ ਕੀ ਬਣਿਆ, ਤਾਂ ਨੈਰੇਟਿਵ ਉਹਨਾਂ ਦੇ ਹੱਥ 'ਚ ਰਹੂਗਾ, ਤਾਂ ਬਿਰਤਾਂਤ ਉਹਨਾਂ ਦੇ ਹੱਥ 'ਚ ਰਹੂਗਾ। ਨਹੀਂ ਤਾਂ ਸਿਆਸਤਦਾਨਾਂ ਦੇ ਹੱਥ 'ਚ ਚਲਾ ਗਿਆ। ਹੁਣ ਇਹ ਲੋਕਾਂ ਵਰਸਜ ਸਿਆਸਤਦਾਨ ਹੈ, ਲੋਕ ਬਨਾਮ ਸਿਆਸਤਦਾਨ ਹੈ। ਜੇ ਲੋਕਾਂ ਨੇ ਇਹ ਲੈਣਾ ਆਪਣੇ ਹੱਥ 'ਚ ਤਾਂ ਲੋਕਾਂ ਨੂੰ ਸਰਗਰਮ ਹੋਣਾ ਪਏਗਾ ਤੇ ਸਵਾਲ ਕ੍ਰੀਏਟ ਕਰਨੇ ਪੈਣਗੇ ਉਸ ਡੋਮੇਨ ਦੇ ਵਿੱਚ। ਨਹੀਂ ਤਾਂ ਫਿਰ ਇਸੇ ਤਰੀਕੇ ਨਾਲ ਫਿਰ ਉਹ ਇੱਕ ਵੋਟ ਨੇ, ਉਸ ਦਿਨ ਇੱਕ ਵੋਟ ਪਾ ਦੇਣਗੇ ਜਿਹਨੂੰ ਪਾਤੀ, ਤੇ ਜਿਹੜਾ ਜਿੱਤ ਗਿਆ ਉਹ ਸਰਕਾਰ ਬਣਾਊ। ਫਿਰ 5 ਸਾਲ ਧਰਨੇ ਮੁਜ਼ਾਹਰੇ ਦੇਖੀ ਜਾਊਗਾ, ਹਰੇਕ ਵਰਗ ਕਰੂਗਾ ਮੇਰਾ ਮੁੱਦਾ ਹੱਲ ਨਹੀਂ ਹੋਇਆ, ਮੇਰਾ ਮੁੱਦਾ ਹੱਲ ਨਹੀਂ ਹੋਇਆ। ਪਰ ਉਦੋਂ ਪਹਿਲਾਂ ਵੀ ਇੱਕ ਰਾਜਨੀਤਿਕ ਸੋਝੀ ਦੇ ਤਹਿਤ ਮੇਰਾ ਖਿਆਲ ਹੈ ਲੋਕਾਂ ਦਾ ਵੀ ਇੱਕ ਉਭਾਰ, ਲੋਕਾਂ ਦੀ ਵੀ ਇੱਕ ਰੋਲ, ਲੋਕਾਂ ਦਾ ਐਕਟਿਵ ਰੋਲ ਜਿਹੜਾ ਏਜੰਡੇ ਦੇ ਤੌਰ ਤੇ ਰਹਿਣਾ ਚਾਹੀਦਾ, ਕੇਵਲ ਪੈਸਿਵ ਰੋਲ ਨਾ ਹੋਵੇ, ਇਕੱਲਾ ਵੋਟ ਵਾਲੇ ਦਿਨ ਐਕਟਿਵ ਰੋਲ ਨਾ ਹੋਵੇ। ਮਤਲਬ ਉਦੋਂ ਪਹਿਲਾਂ ਸਿਆਸਤ 'ਚ ਵੀ ਐਕਟਿਵ ਰੋਲ ਦੀ ਜ਼ਰੂਰਤ ਹੈ। ਬਿਲਕੁਲ ਬਿਲਕੁਲ। ਜਿੱਥੋਂ ਤੱਕ ਸਵਾਲ ਇਹ ਆ ਕਿ ਸ਼ਹੀਦ ਭਗਤ ਸਿੰਘ ਜਾਂ ਡਾਕਟਰ BR ਅੰਬੇਦਕਰ ਹੋਰਾਂ ਦੀਆਂ ਤਸਵੀਰਾਂ ਲਾਉਣੀਆਂ, ਲੋਕ ਕਹਿੰਦੇ ਕਿ ਸਾਨੂੰ ਇਨਸਾਫ ਚਾਹੀਦਾ। ਕੀ ਸਰਕਾਰਾਂ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੀਆਂ? ਪਹਿਲਾਂ ਚੱਲਦੀਆਂ ਤਸਵੀਰਾਂ ਤਾਂ ਹੋਰ ਵੀ ਬਹੁਤ ਪਈਆਂ ਨੇ, ਹੋਰ ਵੀ ਬਹੁਤ ਸ਼ਹੀਦੀ ਸੰਗਰਾਮ ਦੇ ਵਿੱਚ ਰਹੇ ਨੇ ਜਿਨ੍ਹਾਂ ਨੇ ਦੇਸ਼ ਕੌਮ ਲਈ ਸ਼ਹਾਦਤਾਂ ਦਿੱਤੀਆਂ, ਜਿਨ੍ਹਾਂ ਨੇ ਦੇਸ਼ ਲਈ ਬਹੁਤ ਕੁਝ ਕੀਤਾ। ਪਰ ਜਦੋਂ ਕੇਜਰੀਵਾਲ ਸਾਹਿਬ ਆ ਕੇ ਇਹ ਗੱਲ ਕਰਨ ਤਾਂ ਉਹਨੂੰ ਪੰਜਾਬ ਦੇ ਸੀਨ ਦੇ ਉੱਤੇ ਕਿੱਦਾਂ ਦੇਖਿਆ ਜਾਏ? ਨਹੀਂ, ਇਹਦਾ ਕੋਈ ਮਤਲਬ ਹੀ ਨਹੀਂ ਹੈ। ਜਿਹੜੇ ਲੋਕਾਂ ਨੇ ਹਿਸਟੋਰੀਕਲ ਕੰਮ ਕੀਤਾ, ਇਤਿਹਾਸ 'ਚ ਕੰਮ ਕੀਤਾ, ਉਹਨਾਂ ਦੀ ਤਸਵੀਰ ਲੋਕਾਂ ਦੇ ਦਿਮਾਗਾਂ ਦੇ ਵਿੱਚ ਹੈ। ਕੋਈ ਪੰਜਾਬ 'ਚ ਨੌਜਵਾਨ ਉਮਰ ਦੇ ਵਿੱਚ ਪੈਰ ਧਰਨ ਵਾਲਾ ਬੰਦਾ ਇਹੋ ਜਿਹਾ ਹੋਇਆ ਜਿਹੜਾ ਭਗਤ ਸਿੰਘ ਤੋਂ ਪ੍ਰਭਾਵਿਤ ਨਹੀਂ ਹੋਇਆ? ਉਸ ਤੋਂ ਬਾਅਦ ਕੋਈ ਪੀੜ੍ਹੀ ਇਹੋ ਜਿਹੀ ਆਈ ਹੈ, ਇਹ ਇਹਨਾਂ ਤਸਵੀਰਾਂ ਨਾਲ ਆਈ ਹੈ, ਤਸਵੀਰਾਂ ਨਾਲ ਆਈ ਹੈ, ਜਾਂ ਉਹਦੀਆਂ ਲਿਖਤਾਂ ਨਾਲ ਆਈ ਹੈ, ਜਾਂ ਜੋ ਉਹਨੇ ਕੁਰਬਾਨੀ ਕੀਤੀ ਉਹਦੇ ਨਾਲ ਆਈ ਹੈ, ਜਾਂ ਜੋ ਕੰਮ ਕੀਤਾ ਉਹਦੇ ਨਾਲ ਆਈ ਹੈ। ਇਸੇ ਤਰ੍ਹਾਂ ਡਾਕਟਰ ਅੰਬੇਦਕਰ ਦਾ ਜੋ ਭੂਮਿਕਾ ਹੈ ਸਮਾਜ ਦੇ ਵਿੱਚ, ਚਾਹੇ ਉਹ ਸੰਵਿਧਾਨ ਲਿਖਣ ਦੀ ਗੱਲ ਹੈ, ਉਹ ਇੱਕ ਗੱਲ ਹੈ ਡਰਾਫਟਿੰਗ ਕਮੇਟੀ ਦੀ, ਪਰ ਉਦੋਂ ਬਿਨਾਂ ਵੀ ਜੋ ਜੱਦੋਜਹਿਦ ਦਾ ਜੀਵਨ ਦੀ ਜਿੰਨਾ ਕੁਝ ਹੋਰ ਲਿਖਿਆ ਗਿਆ ਇਹ ਤੋਂ ਬਿਨਾਂ, ਕਿ ਹਿੰਦੁਸਤਾਨ ਦੀ ਰਿਐਲਿਟੀ ਦੇ ਮੁਤਾਬਕ ਕਿ ਇੱਥੇ ਜਾਤ ਦਾ ਸਵਾਲ ਬਹੁਤ ਵੱਡਾ ਸਵਾਲ ਹੈ, ਜਮਾਤ ਤੋਂ ਵੀ ਵੱਡਾ ਸਵਾਲ ਹੈ, ਇਹਨੂੰ ਸਮਝਿਆ ਜਾਣਾ। ਉਹ ਕੋਈ ਲਾ ਕੇ ਤੇ ਤਸਵੀਰ ਲਾ ਕੇ ਤਾਂ ਕੰਮ ਨਹੀਂ ਹੋਣਾ। ਇਹ ਮਤਲਬ ਕੀ ਹੁੰਦਾ ਹੈ? ਉਹ ਕਹਿੰਦੇ ਨੇ ਵੀ ਜੇ ਜਿਹੜਾ ਬੰਦਾ ਤੁਹਾਨੂੰ ਪਰੇਸ਼ਾਨ ਕਰਦਾ ਹੈ, ਜਿਹੜਾ ਬੰਦਾ ਤੁਹਾਡੇ ਸਾਹਮਣੇ ਰੋਜ਼ ਆ ਕੇ ਸਵੇਰੇ ਖੜਾ ਹੋ ਜਾਂਦਾ ਹੈ ਕਿ ਤੂੰ ਆਹ ਨਹੀਂ ਕਰਦਾ ਮੇਰੇ ਮੁਤਾਬਕ, ਆਹ ਨਹੀਂ ਕਰਦਾ, ਉਹਦਾ ਬੁੱਤ ਲਾ ਦਿਓ ਜਾਂ ਉਹਦੀ ਤਸਵੀਰ ਲਾ ਦਿਓ।
ਲੋਕਾਂ ਨੂੰ ਉਹਦੀ ਪੂਜਾ ਕਰਨ ਨਾ ਦਿਓ ਤੇ ਪੂਜਾ ਕਰਕੇ ਬਸ ਠੀਕ ਹੈ, ਨਹੀਂ ਤੇ ਉਹਦੇ ਵਾਲੇ ਕੰਮਾਂ ਤੋਂ ਲੋਕ ਦੂਰ ਹੋ ਜਾਂਦੇ। ਬਿਲਕੁਲ। ਆਏ ਦਿਨ ਉਹ ਕਹਿੰਦੇ ਕੀ ਨੇ, ਉਹ ਕਹਿ ਜੋ ਕਹੇ ਨੇ ਜਾਂ ਉਹਨਾਂ ਨੇ ਜੋ ਕਿਸ ਕੰਮ ਕੀਤਾ ਉਹਦੇ ਬਾਰੇ ਤੁਹਾਡਾ ਏਜੰਡਾ ਕੋਈ ਮੈਚ ਕਰਦਾ? ਜੇ ਏਜੰਡਾ ਮੈਚ ਕਰਦਾ ਡਿਬੇਟ ਤੇ ਕਰ ਲਓ। ਡਾਕਟਰ ਅੰਬੇਦਕਰ ਨਾਲ ਤੁਹਾਡੇ ਏਜੰਡੇ ਦੇ ਵਿੱਚ ਕੀ ਮਿਲਦਾ ਹੈ, ਇੱਥੇ ਡਿਬੇਟ ਕਰ ਲਓ। ਭਗਤ ਸਿੰਘ ਦੇ ਉਦੇਸ਼ ਦੇ ਨਾਲ ਜਾਂ ਉਹਦੀਆਂ ਲਿਖਤਾਂ ਨਾਲ ਤੁਹਾਡੇ ਏਜੰਡੇ 'ਚ ਕੀ ਮਿਲਦਾ ਜਦੋਂ ਤੁਸੀਂ ਵੋਟਾਂ ਮੰਗਦੇ ਹੋ? ਤੁਸੀਂ ਉਹਦੇ ਨਾਲ ਮੈਚ ਕਰ ਲਓ। ਮੈਚ ਤਾਂ ਕੁਝ ਨਹੀਂ ਹੈ। ਇਸੇ ਕਰਕੇ ਇਹ ਜਿਹੜਾ ਇੱਕ ਟੋਕਨਿਜ਼ਮ ਜਿਹੜਾ ਹੁੰਦਾ ਨਾ, ਮੈਂ ਇਹ ਕਰ ਦੂੰ, ਕੈਲੰਡਰ ਲਾ ਦੂੰਗਾ ਜੀ ਤੁਹਾਡੇ ਘਰਾਂ 'ਚ, ਮੁਫਤ ਵੰਡ ਦੂੰਗਾ, ਜੋ ਵੀ ਮਰਜ਼ੀ ਕਰੂੰਗਾ, ਇਹ ਉਹ ਸਗੂਫੇ ਨੇ ਜਿਹੜੇ ਲੋਕਾਂ ਨੂੰ ਇਹ ਮਹਿਸੂਸ ਕਰਾਉਂਦੇ ਨੇ ਕਿ ਤੁਹਾਡੀ ਬੁੱਧੀ ਦਾ ਇੰਨਾ ਹੀ ਲੈਵਲ ਹੈ, ਮੈਂ ਇੰਨਾ ਹੀ ਵਰਤ ਕੇ ਤੁਹਾਡੀ ਵੋਟ ਲੈ ਲਊਂਗਾ, ਮੈਨੂੰ ਹੋਰ ਵੱਡਾ ਕਰਨ ਦੀ ਲੋੜ ਨਹੀਂ। ਤੁਸੀਂ ਇਹ ਡਿਬੇਟ 'ਚ ਨਾ ਮੈਨੂੰ ਪਾਇਓ ਕਿ ਭਾਈ ਕੀ ਗੱਲ ਸੀ। ਵਿਚਾਰਧਾਰਕ ਤੌਰ ਤੇ ਸਮਾਜ ਦੀ ਬਰਾਬਰੀ ਦੇ ਸਵਾਲ ਜਿਹੜੇ ਸੀ ਭਗਤ ਸਿੰਘ ਉਠਾ ਰਿਹਾ ਸੀ, ਜਿਹੜਾ ਜਾਤ ਤੋੜਨ ਦਾ ਸਵਾਲ ਮਤਲਬ ਅੰਬੇਦਕਰ ਉਠਾ ਰਿਹਾ ਸੀ, ਜਿਹੜਾ ਬਾਕੀ ਕੱਲੀ ਪੋਲੀਟੀਕਲ ਬਰਾਬਰੀ ਦਾ ਕੁਐਸਚਨ ਨਹੀਂ, ਆਰਥਿਕ ਬਰਾਬਰੀ ਦੇ ਸਵਾਲ ਨੇ, ਸਮਾਜਿਕ ਬਰਾਬਰੀ ਦੇ ਸਵਾਲ ਨੇ, ਸੱਭਿਆਚਾਰਕ ਬਰਾਬਰੀ ਦੇ ਸਵਾਲ ਨੇ। ਇਹ ਸਵਾਲ ਕੌਣ ਡਿਸਕਸ ਕਰੇਗਾ? ਇਹ ਸਵਾਲ ਡਿਸਕਸ ਕਰਨ ਤੋਂ ਰੋਕਣ ਦੇ ਵਾਸਤੇ ਇਹ ਤਰੀਕੇ ਨੇ ਕਿ ਆਪਾਂ ਲਾ ਦਾਂਗੇ ਜੀ ਤੁਹਾਡੇ ਤਸਵੀਰ ਜਾਂ ਬਾਕੀ ਦੀਆਂ ਚੀਜ਼ਾਂ ਨੇ। ਹੁਣ ਜਦੋਂ ਸਵਾਲ ਆਉਂਦਾ ਕੇਜਰੀਵਾਲ ਦੇ ਸਾਹਮਣੇ ਜਾਂ ਆਮ ਆਦਮੀ ਪਾਰਟੀ ਦੇ ਸਾਹਮਣੇ, ਜਿਹੜਾ ਵੱਡਾ ਸਵਾਲ ਦੇ ਰੂਪ 'ਚ ਹੈ ਕਿ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਦੀ ਰਿਹਾਈ ਦੇ ਮਾਮਲੇ 'ਚ ਤੁਹਾਡਾ ਕੀ ਕਹਿਣਾ ਹੈ? ਅੱਜ ਤੱਕ ਕੋਈ ਕੁਝ ਬੋਲਦਾ ਰਿਹਾ, ਕੋਈ ਕੁਝ ਬੋਲਦਾ ਰਿਹਾ, ਕੋਈ ਕੁਝ ਬੋਲਦਾ ਰਿਹਾ। ਹੁਣ ਲਾਸਟ 'ਚ ਜਦੋਂ ਇਹ ਮੁੱਦਾ ਬਣ ਗਿਆ, ਇੱਕ ਸਮੇਂ ਇਹ ਕਹਿ ਗਿਆ ਸੀ ਕੇਜਰੀਵਾਲ ਵੀ ਇਹਨੂੰ ਕਿਹਨੇ ਪੁੱਛਣਾ, ਕੋਈ ਮੁੱਦਾ ਨਹੀਂ ਹੈ, ਇਹ ਕੋਈ ਚੋਣਾਂ ਦਾ ਮੁੱਦਾ ਨਹੀਂ ਲੋਕਾਂ। ਪਰ ਜਦ ਬਣਦਾ ਜਾ ਰਿਹਾ ਸੀ ਤਾਂ ਹੁਣ ਉਹਨੇ ਦੱਸਿਆ ਕਿ ਅਸਲ 'ਚ ਮੈਂ ਕਿਹਾ ਚੀਫ ਸੈਕਟਰੀ ਨੂੰ ਕਿ ਮੀਟਿੰਗ ਸੱਦੋ ਜਲਦੀ ਤੇ ਮੀਟਿੰਗ ਸੱਦ ਕੇ ਕੁਝ ਕਰੋ। ਨਾਲ ਉਹ ਕਹਿੰਦਾ ਮੇਰੇ ਬਸ 'ਚ ਨਹੀਂ ਹੈ। ਸਭ ਨੂੰ ਪਤਾ ਨੋਟੀਫਿਕੇਸ਼ਨ ਬਸ 'ਚ ਨਹੀਂ ਹੈ। ਤੁਹਾਡਾ ਜਿਹੜਾ ਜੇਲ੍ਹ ਮਿਨਿਸਟਰ ਹੈ ਉਹ ਉਹਦਾ ਹੈਡ ਹੈ। ਫਿਰ ਕਹਿੰਦੇ ਕਈ ਜੱਜ ਹੁੰਦੇ ਨੇ, ਜੱਜ ਤਾਂ ਇੱਕ ਐਡੀਸ਼ਨਲ ਤੇ ਸੈਸ਼ਨ ਜੱਜ ਹੈ ਤੁਹਾਡੇ, ਉਹਦੇ 'ਚੋਂ ਵੀ ਦਿੱਲੀ ਦਾ। ਬਾਕੀ ਸਾਰੀ ਕਮੇਟੀ ਟਾਪ ਤੁਸੀਂ ਹੋ, ਚੇਅਰਮੈਨ ਤੁਸੀਂ ਹੋ, ਤੁਹਾਡਾ ਹੋਮ ਸੈਕਟਰੀ ਹੈ, ਤੁਹਾਡਾ ਜੇਲ੍ਹ ਸੈਕਟਰੀ ਹੈ, ਤੁਹਾਡਾ ਡੀਜੀ ਹੈ, ਤੁਹਾਡੇ ਸਾਰੇ ਬੰਦੇ ਉਹਦੇ ਮੈਂਬਰ ਨੇ। ਤੁਸੀਂ ਆਪਣੇ ਵੱਲੋਂ ਰਿਕਮੈਂਡ ਕਰਕੇ ਤੋੜ ਦਿੰਦੇ, ਫਿਰ ਐਲਜੀ ਕੀ ਕਰਦਾ ਨਹੀਂ ਕਰਦਾ ਉਹ ਸਵਾਲ ਅਲੱਗ ਹੈ। ਤੁਸੀਂ ਧੋਖੇ 'ਚ ਰੱਖ ਕੇ ਨਹੀਂ ਨਾ ਕਰ ਸਕਦੇ ਗੱਲ। ਔਰ ਉਹ ਸੈਂਟੀਮੈਂਟ ਦਾ ਕੁਐਸਚਨ ਹੈਗਾ ਹੀ ਹੈ। ਜਦੋਂ ਜਜ਼ਬਾਤ ਦਾ ਜਿਹੜਾ ਸਵਾਲ ਹੈ, ਕੱਲਾ ਜਜ਼ਬਾਤ ਦਾ ਕੁਐਸਚਨ ਨਹੀਂ ਉਹ ਹੈ, ਜਜ਼ਬਾਤ ਦੇ ਨਾਲ ਮਨੁੱਖੀ ਅਧਿਕਾਰਾਂ ਦੇ ਸਵਾਲ ਨੇ। ਜਿਹੜੇ ਬੰਦਿਆਂ ਦੇ ਆਪਣੀਆਂ ਸਜ਼ਾਵਾਂ ਜੇ ਰੱਦ ਕਰਤੀਆਂ, ਕਾਨੂੰਨ ਇਹ ਮਤਲਬ ਭੁਗਤ ਲਈਆਂ, ਜਾਂ ਕਾਨੂੰਨ ਦੇ ਨਜ਼ਰ ਦੇ ਵਿੱਚ ਉਹ ਸਾਰਾ ਕੁਝ ਹੋ ਗਿਆ, ਤਾਂ ਕਾਨੂੰਨ ਲਾਗੂ ਕਿਉਂ ਨਹੀਂ ਹੁੰਦਾ? ਕਾਨੂੰਨ ਫਿਰ ਲਾਗੂ ਕਿਹਨੇ ਕਰਨਾ? ਜੇ ਤੁਸੀਂ ਇੱਕ ਕਾਨੂੰਨ ਲਾਗੂ ਨਹੀਂ ਕਰਦੇ ਤਾਂ ਦੂਜਾ ਕਿਵੇਂ ਲਾਗੂ ਕਰ ਦੋ? ਇਹ ਸਵਾਲ ਨੇ ਨਾ। ਇਹ ਸਵਾਲ ਬਣਿਆ, ਇਹਦਾ ਐਗਜ਼ੈਕਟ ਜਵਾਬ ਸਾਹਮਣੇ ਆ ਗਿਆ, ਸੱਚਾਈ ਆ ਗਈ ਕਿ ਤੁਸੀਂ ਅਜੇ ਤੱਕ ਮੀਟਿੰਗ ਨਹੀਂ ਕੀਤੀ। ਤੇ ਹੁਣ ਅਗਲੇ ਸਵਾਲ ਹੋਰ ਆ ਜਾਣਗੇ, ਫਿਰ ਨਵੇਂ ਤੋਂ ਨਵੇਂ ਵੀ ਤੁਸੀਂ ਹੋਰਾਂ ਮੁੱਦਿਆਂ ਦੇ ਬਾਰੇ ਕੀ ਕੀਤਾ। ਜਦ ਲੋਕ ਵੱਖ-ਵੱਖ ਮੁੱਦਿਆਂ ਤੇ ਬਾਰ-ਬਾਰ ਖੜਾ ਕੇ ਕਰਨਗੇ, ਇੱਕ ਮੁੱਦਾ ਧਲਕਾਤਾ ਤੁਸੀਂ। ਇਹ ਸਵਾਲ ਘੱਟੋ ਘੱਟ 50 ਵਾਰ ਹੋਇਆ ਹੋਣਾ ਕੇਜਰੀਵਾਲ ਤੇ ਭਗਵੰਤ ਮਾਨ ਜਿੱਥੇ-ਜਿੱਥੇ ਗਏ, ਤਾਂ ਜਵਾਬ ਦਿੱਤਾ ਹੈ। ਇਸੇ ਤਰ੍ਹਾਂ ਜਿਹੜੇ ਖੇਤੀ ਨਾਲ ਸੰਬੰਧਿਤ ਜਵਾਬ ਨੇ, ਜਿਹੜੇ ਦਲਿਤ ਕਮਿਊਨਿਟੀ ਨਾਲ ਸੰਬੰਧਿਤ ਜਵਾਬ ਨੇ, ਜਿਹੜੇ ਸਿੱਖਿਆ ਨਾਲ ਸੰਬੰਧਿਤ ਜਵਾਬ ਨੇ, ਜਿਹੜੇ ਸਿਹਤ ਨਾਲ ਸੰਬੰਧਿਤ ਨੇ, ਜਿੱਥੇ ਵਾਤਾਵਰਨ ਨਾਲ ਸੰਬੰਧਿਤ ਨੇ, ਜੇ ਲੋਕ ਬੈਠ ਕੇ ਸਭਿਅਕ ਤਰੀਕੇ ਨਾਲ ਜਿੱਥੇ ਵੀ ਇਹ ਜਾਂਦੇ ਨੇ, ਇਹ ਸਵਾਲ ਲਗਾਤਾਰ ਪੁੱਛੇ ਜਾਣਗੇ ਤਾਂ ਪਾਰਟੀਆਂ ਉਹਨਾਂ ਤੇ ਆਉਣਗੀਆਂ, ਫਿਰ ਕਹਿਣਗੀਆਂ ਵੀ ਹਾਂ ਆਹ ਚੀਜ਼ ਬਾਰੇ ਮੇਰਾ ਇਹ ਕਹਿਣਾ ਹੈ। ਨਹੀਂ ਤਾਂ ਕੁਝ ਨਹੀਂ ਦੱਸਣਗੀਆਂ, ਨਹੀਂ ਤਾਂ ਬਲੇਮ ਗੇਮ ਹੈ, ਨਹੀਂ ਤਾਂ ਇੱਕ ਦੂਜੇ ਤੇ ਕਿਚੜ ਉਛਾਲੀ ਹੈ। ਔਰ ਉਹ ਸਾਰਾ ਕੁਝ ਚੱਲਦਾ ਉਸੇ ਤਰੀਕੇ ਦੇ ਨਾਲ। ਇਸ ਕਰਕੇ ਇਸ ਮਾਹੌਲ ਦੇ ਵਿੱਚ ਲੋਕਾਂ ਦੀ ਸਰਗਰਮ ਭੂਮਿਕਾ, ਇਸ ਪੱਤਰਕਾਰਾਂ ਦੀ ਸਰਗਰਮ ਭੂਮਿਕਾ ਰਹੀ ਕਾਫੀ, ਪਰ ਲੋਕਾਂ ਦੀ ਸੀ ਨਾਲ ਪੱਤਰਕਾਰਾਂ ਦੀ ਤਾਂ ਰਹੀ, ਕਿਉਂਕਿ ਪੰਥਕ ਜਥੇਬੰਦੀਆਂ ਨਾਲ ਨਾਲ ਬਰਾਬਰ ਪੈਰਲਲ ਮੁਜ਼ਾਹਰੇ ਵੀ ਕਰਦੀਆਂ ਰਹੀਆਂ, ਪ੍ਰੋਟੈਸਟ ਕਰਦੀਆਂ ਰਹੀਆਂ ਬਾਹਰ ਜਾ ਕੇ ਜਿੱਥੇ ਵੀ ਕੇਜਰੀਵਾਲ ਆਉਂਦਾ ਸੀ। ਇਸੇ ਤਰ੍ਹਾਂ ਜਨਤਕ ਤੌਰ ਤੇ ਵੀ ਕਿਸਾਨ ਜਥੇਬੰਦੀਆਂ ਹੋਣ, ਮਜ਼ਦੂਰ ਜਥੇਬੰਦੀਆਂ ਹੋਣ, ਜਾਂ ਜਨਤਕ ਜਥੇਬੰਦੀਆਂ ਹੋਰ ਹੋਣ, ਜਾਂ ਸਿਵਲ ਸੁਸਾਇਟੀ ਦੇ ਗਰੁੱਪ ਹੋਣ, NGOs ਹੋਣ, ਉਹਨਾਂ ਸਾਰਿਆਂ ਨੂੰ ਜਿੱਥੇ ਜਿੱਥੇ ਮੇਨ ਲੀਡਰ ਜਾਂਦੇ ਨੇ ਜਾਂ ਉਮੀਦਵਾਰ ਜਾਂਦੇ ਨੇ, ਉਹਨਾਂ ਦੇ ਆਲੇ ਦੁਆਲੇ ਆਪਣੇ ਝੰਡੇ ਲੈ ਕੇ ਜਾਣਾ ਚਾਹੀਦਾ ਹੈ ਤੇ ਸਵਾਲ ਕਰਨੇ ਚਾਹੀਦੇ ਨੇ। ਉਹਨਾਂ ਤੋਂ ਸਵਾਲਾਂ ਦੇ ਜਵਾਬ ਮੰਗਣੇ ਚਾਹੀਦੇ ਨੇ ਕਿ ਭਾਈ ਸਾਹਿਬ ਜੇ ਪਹਿਲਾਂ ਸਾਡੇ ਸਵਾਲ ਦਾ ਜਵਾਬ ਦੇ ਦੋਗੇ ਤਾਂ ਸਾਨੂੰ ਪਤਾ ਲੱਗ ਜੂਗੇ ਤੇਰੇ ਕੋਲ ਇੰਨੀ ਕਿ ਸੋਝੀ ਹੈ ਕਿ ਨਹੀਂ, ਜਾਂ ਤੂੰ ਜਾਣਕਾਰੀ ਵੀ ਰੱਖਦਾ ਕਿ ਨਹੀਂ, ਜਾਂ ਤੂੰ ਇਦੋਂ ਅੱਗੇ ਤੋਰਦਾ ਗੱਲ ਨੂੰ ਕਿ ਨਹੀਂ। ਇਹ ਸਵਾਲ ਸਾਰੇ ਸਵਾਲ ਪੁੱਛਣ ਵਾਲਾ। ਇੱਥੇ ਕਿੰਨੀ ਪੰਚਾਇਤ ਯੂਨੀਅਨ, ਸਰਪੰਚ ਯੂਨੀਅਨ ਬਣੀ ਫਿਰਦੀ ਆ, ਮੰਨ ਲਓ ਇੱਥੇ ਉਹਨੇ 2 ਦਿਨ ਦਾ ਪਟਿਆਲੇ ਦੇ ਵਿੱਚ ਸਮਾਗਮ ਵੀ ਕੀਤਾ ਸੀ ਤੁਹਾਡੇ, ਜਦ ਮੈਂ ਵੀ ਗਿਆ ਸੀ, ਉਹਨਾਂ ਦੀਆਂ ਮੰਗਾਂ ਨੇ ਸਵਾਲ।
ਉਹ ਸਰਪੰਚ ਜੂਨੀਅਰ ਇਕੱਠੀ ਹੋ ਕੇ ਸਾਰੇ ਲੀਡਰਾਂ ਦਾ ਨੱਕ ਚ ਦਮ ਕਿਉਂ ਨਹੀਂ ਕਰ ਸਕਦੀ? ਸਾਰੇ ਲੀਡਰਾਂ ਨੂੰ ਜੇ ਸਰਪੰਚ ਚੁਣੇ ਹੋਏ ਨੁਮਾਇੰਦੇ ਨੇ ਆਪੋ ਆਪਣੇ ਪਿੰਡਾਂ ਦੇ, ਉਹ ਜਾ ਕੇ ਇਕੱਠੇ ਹੋ ਕੇ 100 ਬੰਦਾ ਇਕੱਠਾ ਹੋ ਕੇ ਹਰੇਕ ਨੂੰ ਘੇਰੇ ਕਿ ਭਾਈ ਸਾਹਿਬ 73ਵੀਂ ਸੰਵਿਧਾਨਕ ਸੋਧ ਕੀ ਕਹਿੰਦੀ ਹੈ, 28 ਸਾਲ ਹੋ ਗਏ, ਸਾਡੇ ਡਿਪਾਰਟਮੈਂਟ ਕਿਉਂ ਨਹੀਂ ਦਿੱਤੇ, ਸਾਡਾ ਪੈਸਾ ਕਿਉਂ ਨਹੀਂ ਦਿੱਤਾ, ਸਾਡੇ ਕਰਮਚਾਰੀ ਕਿਉਂ ਨਹੀਂ ਦਿੱਤੇ? ਬਿਲਕੁਲ ਇਹ ਸਵਾਲ ਕਰਨਾ ਉਹਨਾਂ ਦੀ ਜ਼ਿੰਮੇਵਾਰੀ ਹੈ ਨਾ। ਬਿਲਕੁਲ ਜੇ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਤਾਂ ਮਤਲਬ ਪੰਚਾਇਤ ਯੂਨੀਅਨ ਹੋਵੇ, ਸਰਪੰਚ ਯੂਨੀਅਨ ਹੋਵੇ ਜਾਂ ਜਿਹੜੀ ਮਰਜ਼ੀ ਯੂਨੀਅਨ ਹੋਵੇ, ਉਹ ਆਪਣੀ ਜ਼ਿੰਮੇਵਾਰੀ ਡੈਮੋਕ੍ਰੇਸੀ ਦੇ ਇਸ ਮਾਹੌਲ 'ਚ ਨਹੀਂ ਨਿਭਾ ਰਹੀ। ਉਦੋਂ ਬਾਅਦ ਧਰਨੇ ਦੇਵੋਗੇ, ਉਦੋਂ ਬਾਅਦ ਧਰਨੇ ਦੀ ਬਜਾਏ ਪਹਿਲਾਂ ਕਿਉਂ ਨਹੀਂ ਕਰਦੇ? ਜੇ ਹੁਣ ਇੱਕ ਦੂਜੇ ਦੀ ਗੱਡੀ ਚੜ੍ਹ ਗਏ ਕਿ ਮੈਂ ਫਲਾਣੇ ਨਾਲ ਆ, ਮੈਂ ਫਲਾਣੇ ਨਾਲ ਆ, ਤਾਂ ਬਾਅਦ 'ਚ ਇਕੱਲੇ ਧਰਨੇ ਦਾ ਕੋਈ ਮਤਲਬ ਨਹੀਂ ਹੈ। ਸਾਂਝੇ ਤੌਰ ਤੇ ਇਕੱਠੇ ਇਹ ਗੱਲ ਕਰੋ। ਔਰ ਦੂਜੀ ਗੱਲ ਇਹ ਹੈ ਵੀ ਪੰਚਾਇਤਾਂ ਇਹ ਰੋਲ ਨਿਭਾ ਸਕਦੀਆਂ ਨੇ ਤੇ ਜਥੇਬੰਦੀਆਂ ਵੀ। ਭਾਈਚਾਰਕ ਸਾਂਝ ਅੰਦੋਲਨ ਨੇ ਪੈਦਾ ਕੀਤੀ ਸੀ। ਤੁਸੀਂ ਪਿੰਡ ਪਿੰਡ ਸਾਂਝੇ ਮੰਚ ਲਾਓ, ਸ਼ਹਿਰਾਂ ਦੇ ਮੁਹੱਲਿਆਂ 'ਚ ਵਾਰਡਾਂ 'ਚ ਲਾਓ, ਸਭ ਨੂੰ ਸੱਦੋ ਵੀ ਇੱਕੋ ਦਿਨ ਆ ਜਾਓ ਸਾਰੇ ਉਮੀਦਵਾਰ। ਲੋਕਾਂ ਦਾ ਏਕਾ ਵੀ ਰਹੂਗਾ, ਸਾਰੇ ਉਮੀਦਵਾਰ ਇੱਕੋ ਦਿਨ ਆਉਣ, ਬਿਠਾ ਕੇ ਉਹਨਾਂ ਨੂੰ ਪੁੱਛ ਲਓ ਵੀ ਸਾਡੀਆਂ ਤਾਂ ਆਹ ਸਾਡਾ ਮੰਗ ਪੱਤਰ ਹੈ, ਤੇ ਕੱਲਾ ਕੱਲਾ ਬੰਦਾ ਦੱਸੋ ਤੁਸੀਂ ਕੀ ਕਹਿਣਾ, ਆਪਦੀ ਆਪਦੀ ਪਾਰਟੀ ਦਾ ਮਤ ਰੱਖ ਦਿਓ। ਜਿਹੜਾ ਸਾਨੂੰ ਚੰਗਾ ਲੱਗੇਗਾ, ਸਾਨੂੰ ਲੱਗੇਗਾ ਕਿ ਆਹ ਬੰਦੇ ਦੀ ਗੱਲ ਠੀਕ ਹੈ, ਅਸੀਂ ਸੋਚ ਲਾਂਗੇ ਉਹਦੇ ਬਾਰੇ ਵੋਟ ਕਿਹਨੂੰ ਪਾਉਣੀ ਹੈ ਉਦੋਂ ਬਾਅਦ। ਬਿਲਕੁਲ ਬਿਲਕੁਲ ਮਤਲਬ ਉਹਦੇ ਨਾਲ ਲੋਕਾਂ ਦਾ ਸਹਿਯੋਗ ਬਣਿਆ ਰਹੇਗਾ, ਲੋਕਾਂ ਦੀ ਸਾਂਝ ਬਣੀ ਰਹੇਗੀ ਤੇ ਲੀਡਰਾਂ ਨੂੰ ਜਵਾਬਦੇਹ ਹੋਣਾ ਪਊਗਾ। ਬਿਲਕੁਲ ਇਹੀ ਜਮਹੂਰੀਅਤ ਹੁੰਦੀ ਹੈ, ਸੱਚ ਡੈਮੋਕ੍ਰੇਸੀ ਇਹੀ ਹੁੰਦੀ ਹੈ ਕਿ ਲੀਡਰਾਂ ਨੂੰ ਲੋਕਾਂ ਪ੍ਰਤੀ ਜਵਾਬਦੇਹ ਬਣਾਇਆ ਜਾਏ। ਔਰ ਉਹ ਸਾਰੇ ਇਕੱਲਾ ਨਹੀਂ ਤਾਂ ਮਨੋਰਥ ਪੱਤਰ ਪੁੱਤਰ ਕਿੱਥੇ ਨੇ? ਦਿਨ ਤਾਂ ਥੋੜੇ ਰਹਿ ਗਏ, ਕਿਸੇ ਦਾ ਚੋਣ ਮਨੋਰਥ ਪੱਤਰ ਆਇਆ? ਆ ਸਾਰੀ ਕੰਪੇਨ ਕਾਹਤੇ ਚੱਲਦੀ ਹੈ? ਔਰ ਕੰਜਾਂ ਦਾ ਤਾਂ ਚੋਣ ਮਨੋਰਥ ਪੱਤਰ 2-4 ਦਿਨ ਬਾਅਦ ਹੋਊਗਾ, ਜਦੋਂ ਵੀ ਹੋਊਗਾ ਉਹ ਵੀ ਕੱਲਾ ਇੱਕ ਦਿਨ ਪ੍ਰੈਸ ਕਾਨਫਰੰਸ 'ਚ ਹੋਊਗਾ, ਉਦੋਂ ਬਾਅਦ ਰੱਦੀ ਦੀ ਟੋਕਰੀ ਸੁੱਟ ਦਿੱਤਾ ਜਾਊਗਾ ਤੇ ਮੁੜ ਕੇ ਉਹ ਖੋਲ ਕੇ ਨਹੀਂ ਦੇਖਣਾ ਕਿਸੇ ਨੇ। ਹੁਣ ਜਿਹੜੇ ਗੱਲਾਂ ਤੁਸੀਂ ਕਹਿ ਰਹੇ ਹੋ ਲੋਕਾਂ ਨਾਲ, ਇਹਦਾ ਜਵਾਬ ਕੌਣ ਦੇਊਗਾ? ਉਹਦੇ ਤੇ ਕਰਨ ਦਾ ਸਵਾਲ ਹੈ। ਇਸ ਲਈ ਇਕੱਲੀ ਫੋਟੋਬਾਜ਼ੀ ਨਹੀਂ, ਸਹੀ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਨੇ ਤੇ ਲੋਕਾਂ ਨੂੰ ਮੰਗਣੇ ਚਾਹੀਦੇ ਨੇ। ਬਿਲਕੁਲ ਬਿਲਕੁਲ ਇਹਦੇ ਵਿੱਚ ਇਹ ਵੀ ਹੈ, ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਪਾਰਟੀਬਾਜ਼ੀ ਤੋਂ ਉੱਪਰ ਉੱਠਣ, ਧੜੇਬਾਜ਼ੀ ਤੋਂ ਉੱਪਰ ਉੱਠਣ, ਤਾਂ ਹੀ ਕਿਤੇ ਜਾ ਕੇ ਸਵਾਲ ਕਰੋਗੇ। ਨਹੀਂ ਤਾਂ ਅਗਲਿਆਂ ਨੇ ਕਹਿ ਦੇਣਾ ਕਿ ਤੁਸੀਂ ਤੇ ਕਾਂਗਰਸ ਵਾਲੇ ਹੋ, ਤੁਸੀਂ ਅਕਾਲੀ ਹੋ, ਤੁਸੀਂ ਆਪ ਵਾਲੇ ਹੋ, ਜਾਂ ਤੁਸੀਂ ਕੋਈ ਵੀ ਹੋ। ਇਸ ਤਰ੍ਹਾਂ ਜਿਹੜਾ ਉਹ ਇਹ ਲੀਡਰ ਜਿਹੜੇ ਨੇ ਤੁਹਾਨੂੰ ਜਵਾਬ ਅੱਗੋਂ ਕਰ ਦਿੰਦੇ ਨੇ। ਸਵਾਲ ਜਿਹੜਾ ਮੇਰਾ ਆਖਰੀ ਇਹ ਆ ਕਿ ਇੱਕ ਤਾਂ ਅੱਜ ਕਿਸਾਨ ਵਿਸ਼ਵਾਸਘਾਤ ਦਿਵਸ ਮਨਾ ਰਹੇ ਨੇ। ਵਿਸ਼ਵਾਸਘਾਤ ਇਸ ਕਰਕੇ ਕਹਿੰਦੇ ਜਿਹੜੀ ਕੇਂਦਰ ਦੀ ਸਰਕਾਰ ਆ ਉਹਨੇ MSP ਦੀ ਮੰਗ ਨਹੀਂ ਮੰਨੀ। ਉਧਰਲੇ ਪਾਸੇ ਯੂਪੀ ਵਾਲਾ ਮਿਸ਼ਨ ਵੀ ਚੱਲ ਰਿਹਾ, ਇਧਰੋਂ ਪੰਜਾਬ ਦੇ ਵਿੱਚ ਸੰਯੁਕਤ ਸਮਾਜ ਮੋਰਚਾ ਵੀ ਆਪਣਾ ਜ਼ੋਰ ਲਾ ਰਿਹਾ। ਟਕੈਤ ਸਾਹਿਬ ਜਿਸ ਪੱਧਰ ਤੇ ਨੈਸ਼ਨਲ ਮੀਡੀਆ ਤੇ ਜਾ ਕੇ ਮੰਦਰ ਮਸਜਿਦ ਦੀ ਪੋਲਿਟਿਕਸ ਨੂੰ ਰੱਦ ਕਰਕੇ ਉੱਥੇ ਕਹਿੰਦੇ ਨੇ ਕਿ ਇੱਥੇ ਹਸਪਤਾਲ ਦਿਖਾਓ, ਇੱਥੇ ਤੁਸੀਂ ਦਿਖਾਓ ਕਿ ਕਿਹੜੇ ਵਿਕਾਸ ਤੁਸੀਂ ਕੀਤੇ ਨੇ ਲੋਕਾਂ ਦੇ, ਉਹਦੀ ਗੱਲ ਕਰੋ। ਇਹਨੂੰ ਸਾਰੇ ਨੂੰ ਕਿੱਦਾਂ ਦੇਖਦੇ ਹੋ? ਨਹੀਂ, ਬਿਲਕੁਲ ਇਹੀ ਹੋਣਾ ਚਾਹੀਦਾ। ਅਸਲ 'ਚ ਜੋ ਰੋਲ ਰਾਕੇਸ਼ ਟਕੈਤ ਨਿਭਾ ਰਹੇ ਨੇ ਇਸ ਸਮੇਂ, ਪੋਲੀਟੀਕਲ ਰੋਲ, ਇਹ ਰੋਲ ਪੰਜਾਬ ਦੀਆਂ ਜਥੇਬੰਦੀਆਂ ਨੂੰ ਵੀ ਨਿਭਾਉਣਾ ਚਾਹੀਦਾ ਤੇ ਬਾਕੀ ਸਾਰੀਆਂ ਨੂੰ ਵੀ ਨਿਭਾਉਣਾ ਚਾਹੀਦਾ। ਉਸ ਪੱਧਰ ਦੇ ਉੱਤੇ ਉਹ ਕੀ ਕਰ ਰਹੇ ਨੇ, ਉਹ ਸੇਮ ਸਾਰੇ ਸੰਯੁਕਤ ਮੋਰਚੇ ਦੀ ਅਪਰੋਚ ਹੀ ਹੈ ਪਹਿਲਾਂ ਤੋਂ। ਜਦ ਤੋਂ ਪੱਛਮੀ ਬੰਗਾਲ ਦੇ ਹੋਰ 5 ਰਾਜਾਂ ਦੀਆਂ ਚੋਣਾਂ ਸੀਗੀਆਂ, ਉਦੋਂ ਸੰਯੁਕਤ ਮੋਰਚੇ ਨੇ ਇੱਕ ਸਟੈਂਡ ਲਿਆ ਸੀ, ਵੋਟ ਦੀ ਚੋਟ, ਕਿ ਵੋਟ ਨਾਲ ਮੰਗਣਗੇ, ਇਹ ਸਲੋਗਨ ਦਿੱਤਾ ਸੀ। ਔਰ ਉਸੇ ਵੋਟ ਦੀ ਚੋਟ ਦੇ ਬਾਅਦ ਫਿਰ ਜਦੋਂ ਉਹ ਚੋਣਾਂ ਲੰਘ ਗਈਆਂ, ਉਹਦੇ ਨਾਲ ਨੁਕਸਾਨ ਵੀ ਹੋਇਆ ਬੀਜੇਪੀ ਨੂੰ, ਇਹਦੇ 'ਚ ਕੋਈ ਦੋ ਰਾਮਾ ਨਹੀਂ, ਸਭ ਨੂੰ ਪਤਾ ਸੀਗਾ, ਇੱਕ ਵਰਤਾਂਤ ਬਦਲ ਗਿਆ ਸੀ। ਉਦੋਂ ਬਾਅਦ ਯੂਪੀ, ਪੰਜਾਬ ਤੇ 5 ਰਾਜਾਂ ਦੀਆਂ ਚੋਣਾਂ ਆ ਗਈਆਂ। ਫਿਰ ਇਹ ਫੈਸਲਾ ਹੋਇਆ ਕਿ ਬੀਜੇਪੀ ਨੂੰ ਯੂਪੀ 'ਚ ਹਰਾਉਣਾ ਸਾਡਾ ਮਿਸ਼ਨ ਹੈ, ਅਸੀਂ ਸਾਰੇ ਲੋਕ ਇਕੱਠੇ ਹੋ ਕੇ ਯੂਪੀ 'ਚ ਜਾਵਾਂਗੇ ਜੇ ਸਮਝੌਤਾ ਨਹੀਂ ਕਰਦੀ ਤਾਂ। ਇਹ ਸਭ ਦੇ ਸਾਹਮਣੇ ਸੀ। ਜਿਹੜੀ ਮੁਜ਼ੱਫਰਨਗਰ ਮਹਾਪੰਚਾਇਤ ਹੋਈ ਸੀ, ਉੱਥੇ ਇੱਕ ਤੈਅ ਹੋ ਗਿਆ ਸੀ ਕਿ ਕਿਸਾਨ ਕਿਸ ਪਾਸੇ ਜਾਣਗੇ। ਉੱਥੇ ਤੈਅ ਇਹ ਹੋਇਆ ਕਿ ਹਿੰਦੂ ਮੁਸਲਿਮ ਦੇ ਨਾਂ ਤੇ ਜਿਹੜਾ ਕਿਸਾਨੀ ਨੂੰ ਵੰਡ ਦਿੱਤਾ ਗਿਆ, ਜਿਹੜਾ ਲੋਕਾਂ ਨੂੰ ਵੰਡ ਦਿੱਤਾ ਗਿਆ ਸੀ ਪਿਛਲੀ ਚੋਣ 'ਚ, ਉਹ ਅਸੀਂ ਦੁਬਾਰਾ ਨਹੀਂ ਹੋਣ ਦੇਵਾਂਗੇ। ਉੱਥੇ ਇੱਕ ਨਾਰਾ ਨਿਕਲਿਆ ਸੀ, ਜੇ ਤੋੜेंगे ਹਮ जोड़ेंगे। ਇਹ ਨਾਰਾ ਉਸ ਮੁਜ਼ੱਫਰਨਗਰ ਮਹਾਪੰਚਾਇਤ ਦਾ ਸੀ, ਕਿਸਾਨੀ ਦੀ ਉਹ ਸਾਰੇ ਮਾਮਲੇ ਦੇ ਵਿੱਚ। ਤੇ ਉਦੋਂ ਅਗਲੀ ਗੱਲ ਫਿਰ ਇਹ ਸੀ ਕਿ ਜਿਹੜੀ ਮੁਤਵਾਜੀ ਸੰਸਦ ਲਾਈ, ਮੁਤਵਾਜੀ ਸੰਸਦ 'ਚ ਜਿਹੜੇ ਦੋ ਵੱਡੇ ਨਾਰੇ ਨਿਕਲੇ ਇਹਨਾਂ ਦੇ ਸਾਹਮਣੇ, ਇੱਕ ਕਾਰਪੋਰੇਟੋ ਭਾਰਤ ਛੱਡੋ, ਮੋਦੀ ਗੱਦੀ ਛੱਡੋ। ਇਹ ਦੋ ਨਾਰੇ ਸਾਰੇ ਅੰਦੋਲਨ ਦੇ ਸਾਡੇ ਸਾਹਮਣੇ ਆਏ ਸੀਗੇ ਉਸ ਪੱਧਰ ਦੇ ਉੱਤੇ। ਇਸੇ ਨੂੰ ਅੱਗੇ ਵਧਾ ਰਹੇ ਰਾਕੇਸ਼ ਟਕੈਤ। ਅਸਲ 'ਚ ਇਹੀ ਇੱਕ ਗੱਲ ਹੈ, ਜਿਹੜੇ ਬੁਨਿਆਦੀ ਨਾਰੇ ਨੇ, ਬੁਨਿਆਦੀ, ਇਹ ਇਕੱਲੇ ਇਹ
ਵਿਚਾਰਧਾਰਾ ਦੇ ਵੀ ਨਾਰੇ ਨੇ, ਇਕੱਲੇ ਕਿਸਾਨੀ ਦੇ ਨਾਰੇ ਨਹੀਂ, ਇਹ ਸਮੁੱਚੇ ਸਮਾਜ ਦੀ ਇੱਕ ਵਿਚਾਰਧਾਰਾ ਹੈ ਜਿਹੜੀ ਮਿਲ ਕੇ ਰਹਿਣਾ ਚਾਹੁੰਦੀ ਹੈ ਤੇ ਦੂਜੀ ਵੰਡ ਪਾਊ ਵਿਚਾਰਧਾਰਾ ਹੈ। ਉਹਦੇ ਖਿਲਾਫ ਇੱਕ ਵਿਚਾਰਧਾਰਕ ਲਾਈਨ ਹੈ ਜਿਹੜੀਆਂ ਖੁੱਲ੍ਹ ਕੇ ਪਾਰਟੀਆਂ ਨਹੀਂ ਕਹਿ ਰਹੀਆਂ, ਉਹ ਕਿਸਾਨ ਆਗੂ ਕਹਿ ਰਹੇ ਨੇ। ਔਰ ਉਸੇ ਤਰੀਕੇ ਦੇ ਨਾਲ ਫਿਰ ਕੀ ਹੈ, ਜਦੋਂ ਯੂਪੀ ਦੇ ਵਿੱਚ ਪਿਛਲੇ ਦਿਨਾਂ 'ਚ ਤੁਹਾਡੇ ਇੱਕ ਬਿਆਨ ਛਪਿਆ ਸੀ, ਇੰਡੀਅਨ ਐਕਸਪ੍ਰੈਸ ਨੇ ਕਾਫੀ ਡਿਟੇਲ ਛਾਪਿਆ ਸੀ, ਨਰੇਸ਼ ਟਕੈਤ ਨੇ ਕਹਿਤਾ ਸੀ ਕਿ ਕਿਸਾਨ ਸਮਾਜਵਾਦੀ ਪਾਰਟੀ ਤੇ ਲੋਕ ਦਲ ਦੇ ਨਾਲ ਜਾਣਗੇ ਯੂਪੀ ਦੇ। ਅਗਲੇ ਹੀ ਦਿਨ ਜਿਹੜਾ ਸੰਜੀਵ ਬਾਲੀਆਨ ਹੈ, ਜਿਹੜਾ ਕੇਂਦਰੀ ਮੰਤਰੀ ਹੈ ਇਸ ਉਹਦੇ ਚੋਂ, ਉਹ ਚਲਾ ਗਿਆ ਨਰੇਸ਼ ਟਕੈਤ ਦੇ ਘਰ। ਉਦੋਂ ਕਹਿਤਾ ਵੀ ਨਹੀਂ, ਅਸੀਂ ਕਿਸੇ ਇੱਕ ਨੂੰ ਨਹੀਂ ਕਹਿੰਦੇ, ਪਰ ਅਸੀਂ ਹਰਾਉਣ ਦੀ ਗੱਲ ਜ਼ਰੂਰ ਕਰਦੇ ਆ ਕਿਸੇ ਨੂੰ। ਇਹ ਬਾਲੀਆਨ ਇਹੀ ਸਾਰੇ ਇਹਨਾਂ ਨੇ ਮੰਨਿਆ ਸੀ, ਟਕੈਤ ਭਰਾਵਾਂ ਨੇ, ਕਿ ਸਾਡੇ ਤੋਂ ਗਲਤੀ ਹੋਈ ਸੀ, ਅਸੀਂ ਬੀਜੇਪੀ ਦੀ ਸਪੋਰਟ ਕੀਤੀ ਸੀ ਉਦੋਂ ਪਿਛਲੀ ਚੋਣ ਦੇ ਵਿੱਚ, ਵੰਡੇ ਹੋਏ ਕਿਸਾਨ ਜਦੋਂ ਹਿੰਦੂ ਮੁਸਲਮ ਹੋ ਗਏ ਸੀ। ਇਸੇ ਖਤਰੇ ਨੇ, ਕਿਸਾਨੀ ਦੇ ਇਸ ਸਲੋਗਨ ਨੇ ਕੇਂਦਰ ਸਰਕਾਰ ਨੂੰ ਮਜਬੂਰ ਕੀਤਾ ਸੀ ਕਿ 3 ਕਾਨੂੰਨ ਵਾਪਸ ਲਏ ਜਾਣ, ਨਹੀਂ ਤਾਂ ਨੁਕਸਾਨ ਹੋ ਜਾਏਗਾ ਬਹੁਤ ਵੱਡਾ ਪੋਲੀਟੀਕਲੀ। ਦੂਜੀ ਗੱਲ ਇਹ ਠੀਕ ਹੈ, ਦੂਜੀ ਗੱਲ ਇਹ ਠੀਕ ਹੈ ਕਿ ਉਹ 3 ਕਾਨੂੰਨਾਂ ਤੋਂ ਇਲਾਵਾ ਜਿਹੜੀਆਂ 3-4 ਗੱਲਾਂ ਕੀਤੀਆਂ ਸੀ, ਇੱਕ ਗੱਲ ਇਹ ਕੀਤੀ ਸੀ ਕਿ ਸਾਰੇ ਸਟੇਟਾਂ 'ਚ ਜਿਹੜੇ ਅੰਦੋਲਨ ਦੌਰਾਨ ਕੇਸ ਦਰਜ ਕੀਤੇ ਨੇ ਉਹ ਵਾਪਸ ਆਉਣਗੇ। ਦੂਜਾ ਇਹ ਸੀ ਜਿਹੜੇ ਸ਼ਹੀਦ ਹੋ ਗਏ ਉਹਨਾਂ ਨੂੰ ਮੁਆਵਜ਼ਾ ਤੇ ਘਰ ਦੇ ਬੰਦੇ ਨੂੰ ਨੌਕਰੀ। ਤੀਜਾ ਲਖੀਮਪੁਰ ਖੀਰੀ ਮਾਮਲੇ 'ਚ ਸੀ, ਉਹ ਚਲੋ ਸੁਪਰੀਮ ਕੋਰਟ ਦੀ ਅਗਵਾਈ 'ਚ ਹੋ ਰਿਹਾ। SIT ਨੇ ਵੀ ਜਦੋਂ ਇਹ ਕਹਿਤਾ, SIT ਨੇ ਇਹ ਕਹਿਤਾ ਕਿ ਅਚਾਨਕ ਹੋਇਆ ਹਮਲਾ ਨਹੀਂ, ਇਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹਮਲਾ ਹੈ, ਤਾਂ ਵੀ ਵਿਜੇ ਮਿਸਰਾ ਦਾ ਗੱਦੀ ਤੇ ਬੜੇ ਰਹਿਣਾ, ਬੀਜੇਪੀ ਦਾ ਰੱਖਣਾ, ਇਹ ਕਾਨੂੰਨ ਦੇ ਵੀ ਖਿਲਾਫ ਹੈ, ਇਖਲਾਕ ਦੇ ਵੀ ਖਿਲਾਫ ਹੈ, ਦੇਸ਼ ਦੇ ਟੋਟਲ ਜਮਹੂਰੀਅਤ ਦੇ ਖਿਲਾਫ ਹੈ, ਲੋਕਾਂ ਦੇ ਖਿਲਾਫ ਵੀ ਇੱਕ ਲਾਈਨ ਹੈ ਉਸ ਲੈਵਲ ਦੇ ਉੱਤੇ। ਉਹ ਸਾਰੀ ਇੱਥੇ MSP ਦੀ ਕਮੇਟੀ ਦਾ ਵੀ ਸਵਾਲ ਹੈ। ਇਹ ਸਾਰੀਆਂ ਚੀਜ਼ਾਂ ਤੋਂ ਜਦੋਂ ਅਜੇ ਸਰਕਾਰ ਅੱਗੇ ਵੀ ਵਧਾ ਰਹੀ ਮਤਲਬ ਉਹ ਸਾਰੇ ਮਾਮਲੇ ਨੂੰ, ਤਾਂ ਇਹ ਵਿਸ਼ਵਾਸਘਾਤ ਦਿਨ ਦੇ ਤੌਰ ਤੇ ਦੇਖਿਆ ਜਾ ਰਿਹਾ ਦਿਨ ਹੈ। ਔਰ ਕਿ ਤੁਸੀਂ ਨਹੀਂ ਮੰਨੋਗੇ, ਜਿਹੜੇ ਕਿਸਾਨ ਉਦੋਂ ਨਹੀਂ ਸੀ ਉੱਠਦੇ ਉੱਥੋਂ ਵੀ 3 ਕਾਨੂੰਨ ਵੀ ਜਿੰਨਾ ਚਿਰ ਪਾਰਲੀਮੈਂਟ 'ਚ ਨਹੀਂ ਹੋ ਸਕਦਾ, ਇਹਦਾ ਮਤਲਬ ਠੀਕ ਸੀਗੇ, ਉਹ ਤਾਂ ਹੀ ਨਹੀਂ ਸੀ ਉੱਠ ਰਹੇ। ਪਹਿਲਾਂ ਪਾਰਲੀਮੈਂਟ 'ਚ ਹੋ ਜਾਣ ਦੋ, ਰਾਸ਼ਟਰਪਤੀ ਦਾ ਵੀ, ਨਹੀਂ ਤਾਂ ਸ਼ਾਇਦ 3 ਕਾਨੂੰਨਾਂ ਤੋਂ ਵੀ ਇਹ ਵਾਪਸ ਚਲੇ ਜਾਂਦੇ, ਬਿਲਕੁਲ ਉਹਨੂੰ ਉੱਥੇ ਹੀ ਛੱਡ ਦਿੰਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਸ ਕਰਕੇ ਇਹ ਜਿਹੜਾ ਸਾਰਾ ਮਾਹੌਲ ਹੈ, ਇੱਕ ਵਰਤਾਂਤ ਯੂਪੀ ਦੇ ਵਿੱਚ ਹੈ, ਪੰਜਾਬ ਦੇ ਵਿੱਚ ਹੈ, ਵੱਖ-ਵੱਖ ਰਾਜਾਂ ਦੇ ਵਿੱਚ ਹੈ, ਜਿਹੜੀ ਪੋਲੀਟੀਕਲ ਰੋਲ ਨਿਭਾਉਣਾ ਹੈ, ਜਿਵੇਂ ਟਕੈਤ ਸਾਹਿਬ ਉੱਥੇ ਕਰ ਰਹੇ ਨੇ, ਉਹ ਜੇ ਨੈਸ਼ਨਲ TV ਤੇ ਬੋਲਦੇ ਨੇ, ਉਹੀ ਚੀਜ਼ ਗਰਾਊਂਡ ਤੇ ਵੀ ਕਿਸਾਨੀ ਨੂੰ ਤੇ ਉਹਨਾਂ ਦੀਆਂ ਜਥੇਬੰਦੀਆਂ ਨੂੰ ਕਰਨੀ ਚਾਹੀਦੀ ਹੈ। ਬਿਲਕੁਲ, ਜਦੋਂ ਕੋਈ ਉਹਨਾਂ ਦੇ ਪਿੰਡ 'ਚ ਭਾਸ਼ਣ ਦੇਣ ਆਵੇ ਹਿੰਦੂ ਮੁਸਲਮ ਤੇ, ਉੱਥੇ ਵੀ ਰੋਕਣ ਦੀ ਲੋੜ ਹੈ। ਜਦੋਂ ਕੋਈ ਉੱਥੇ ਕਿਸਾਨੀ ਦੇ ਮੁੱਦੇ ਤੇ ਗੱਲ ਨਹੀਂ ਕਰਦਾ, ਉੱਥੇ ਵੀ ਸਵਾਲ ਪੁੱਛੇ ਜਾਣ ਦੀ ਲੋੜ ਹੈ। ਬਿਲਕੁਲ, ਉਹ ਸਾਰੇ ਸਵਾਲ ਇਕੱਲੇ ਯੂਪੀ ਨਹੀਂ, ਪੰਜਾਬ ਦੇ ਵਿੱਚ ਵੀ, ਬਿਲਕੁਲ, ਪੰਜਾਬ ਦੇ ਵਿੱਚ ਵੀ ਜੇਕਰ ਨਜਾਇਜ਼ ਤੌਰ ਤੇ ਜਿਹੜਾ ਲੋਕ ਏਜੰਡਾ ਲਿਆਉਂਦੇ ਨੇ, ਕੋਈ ਪਾਕਿਸਤਾਨ ਖਿਲਾਫ ਨਫ਼ਰਤ ਦੀ ਗੱਲ ਕਰਦਾ ਹੈ, ਜਦ ਕਿ ਨਫ਼ਰਤ ਫੈਲਾਉਣਾ ਕਾਨੂੰਨ ਦੇ ਖਿਲਾਫ ਹੈ, ਸੰਵਿਧਾਨ ਦੇ ਖਿਲਾਫ ਹੈ, ਕਿਸੇ ਵੀ ਮਾਮਲੇ ਦੇ ਵਿੱਚ ਕੋਈ ਕਿਸੇ ਜਾਤੀ ਆਧਾਰ ਦੇ ਉੱਤੇ ਨਫ਼ਰਤ ਫੈਲਾਉਣ ਦੀ ਗੱਲ ਕਰਦਾ ਹੈ, ਕੋਈ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਹੈ ਜਿਹਦੇ ਤੇ ਕਮਿਸ਼ਨ ਤੋਂ ਵੀ ਜਵਾਬ ਮੰਗਿਆ ਗਿਆ ਤੇ ਕੇਂਦਰ ਸਰਕਾਰ ਤੋਂ ਵੀ ਮੰਗਿਆ ਗਿਆ ਕਿ ਜਿਹੜੀਆਂ ਇਹ ਵਾਇਲੇਸ਼ਨਾਂ ਕਰਦੇ ਨੇ, ਫਰੀਬੀਜ਼ ਨੇ, ਇਹ ਲਾਲਚ ਦੇ ਰਹੇ ਨੇ ਸਰਕਾਰੀ ਖਜ਼ਾਨੇ ਤੋਂ, ਇਹ ਤੇ ਕੋਈ ਰੋਕ ਲੱਗਣੀ ਚਾਹੀਦੀ। ਪਰ ਜਿਹੜਾ ਲੋਕ ਪ੍ਰਤੀਨਿਧਤਾ ਕਾਨੂੰਨ ਹੈ, ਉਹਦੇ ਸੈਕਸ਼ਨ 123 ਹੈ, ਉਹਦੇ 'ਚ ਆਲਰੇਡੀ ਰੋਕ ਹੈ। ਗੱਲ ਚੋਣ ਕਮਿਸ਼ਨ ਉਹਦੇ ਤੇ ਅਮਲ ਕਿੰਨਾ ਕਰਦਾ, ਇਹ ਸਵਾਲ ਉਦੋਂ ਬਾਅਦ ਹੈ। ਉਹਦੇ 'ਚ ਲਿਖਿਆ ਗਿਆ ਕਿ ਕਿਸੇ ਵੀ ਤਰ੍ਹਾਂ ਦਾ ਤੋਹਫਾ ਜਿਹੜਾ ਉਹਨੂੰ ਵੋਟ ਨੂੰ ਪ੍ਰਭਾਵਿਤ ਕਰਦਾ, ਕਿਸੇ ਵੀ ਤਰ੍ਹਾਂ ਦਾ ਐਲਾਨ ਜਿਹੜਾ ਉਹਦੇ ਆਜ਼ਾਦ ਦਿਮਾਗ ਨੂੰ ਪ੍ਰਭਾਵਿਤ ਕਰਦਾ, ਇਹੋ ਜਿਹਾ ਕਰਪਸ਼ਨ ਵਾਲਾ ਹੋਵੇ, ਲੋਭ ਲਾਲਚ ਵਾਲਾ ਹੋਵੇ, ਉਹ ਗੈਰ ਕਾਨੂੰਨੀ ਹੈ। ਹੁਣ ਜਿਹੜਾ 1000 ਰੁਪਇਆ ਦੇਣਾ, ਆਹ ਦੇਣਾ ਜਿਹੜਾ ਇਹ ਹੈ, ਇਹ ਸਰਕਾਰੀ ਖਜ਼ਾਨੇ ਚੋਂ ਦੇਣ ਦਾ ਲਾਲਚ ਹੈ ਨਾ, ਤਾਂ ਕਮਿਸ਼ਨ ਨੋਟਿਸ ਦੇ ਜਾਂਦੇ ਪਾਰਟੀਆਂ ਨੂੰ। ਬਿਲਕੁਲ। ਦੂਜੀ ਗੱਲ ਇਹ ਹੈ ਕਿ ਤੁਹਾਡੇ ਕੋਲ ਕੋਈ ਰੋਡ ਮੈਪ ਚਾਹੀਦਾ ਕਿ ਪੈਸਾ ਕਿੱਥੋਂ ਆਏਗਾ, ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ, ਅੱਗੇ ਤਾਂ ਮੰਨਦੇ ਨਹੀਂ। ਜਾਂ ਫਿਰ ਇਹਦੇ ਨਾਲ ਜੋੜ ਕੇ ਕਮਿਸ਼ਨ ਇਹ ਕਹਿ ਦੇ ਕਿ ਜੇ ਤੁਸੀਂ ਇਹ ਕੀਤਾ ਵੀ ਹੈ, ਇੱਥੇ ਹਲਫੀਆ ਬਿਆਨ ਦਿਓ ਜਾਂ ਕਾਨੂੰਨੀ ਤੌਰ ਤੇ ਪਾਬੰਦ ਹੋਵੋ ਕਿ ਕੱਲ ਨੂੰ ਨਾ ਕੀਤਾ ਤੁਹਾਡੇ ਕੋਲ ਖਿਲਾਫ ਅਦਾਲਤ 'ਚ ਕਾਰਵਾਈ ਹੋ ਸਕੇਗੀ। ਜਿਹੜੀ ਇੱਕ ਡਿਮਾਂਡ ਚੱਲਦੀ ਹੈ ਕਿ ਚੋਣ ਮੈਨਿਓਰ ਤੋਂ ਪੁੱਤਰ ਕਾਨੂੰਨੀ ਦਸਤਾਵੇਜ਼ ਹੋਣਾ ਚਾਹੀਦਾ ਹੈ, ਤਾਂ ਉਧਰ ਪਾਸੇ ਲੈ ਜਾਓ। ਇਸ ਕਰਕੇ ਦੂਜੀ ਗੱਲ ਉਹਦੇ 'ਚ ਇਹ ਲਿਖੀ ਹੋਈ ਹੈ ਕਿ ਜਿਹੜਾ ਜਾਤ ਦੇ ਨਾਂ ਤੇ, ਧਰਮ ਦੇ ਨਾਂ ਤੇ, ਕਿਸੇ ਵੀ ਇਹੋ ਜਿਹੇ ਨਾਂ ਤੇ ਵੋਟ ਮੰਗਦਾ, ਉਹ ਵਾਇਲੇਸ਼ਨ ਹੈ, ਉਹਦੇ ਖਿਲਾਫ ਕਾਰਵਾਈ ਹੋ ਸਕਦੀ, ਉਹਦੀ ਉਮੀਦਵਾਰੀ ਰੱਦ ਹੋ ਸਕਦੀ ਹੈ। ਜੇ ਹੁਣ ਰੋਜ਼ ਜਿਹੜੇ ਬੀਜੇਪੀ ਦੇ ਲੋਕ
ਲੈਕਚਰ ਦੇ ਰਹੇ ਨੇ, ਜਿਹੜੀਆਂ ਵੀ ਚੀਜ਼ਾਂ ਚੱਲ ਰਹੀਆਂ ਨੇ, ਇਹ ਧਰਮ ਦੇ ਨਾਂ ਤੇ ਵੋਟ ਨਹੀਂ ਹੈ? ਬਿਲਕੁਲ ਇਹ ਕਿਉਂ ਨਹੀਂ ਹੋ ਸਕਦਾ ਜੀ ਉਸ ਪੱਧਰ ਦੇ ਉੱਤੇ? ਔਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਾਨੂੰਨਾਂ 'ਚ ਪਹਿਲਾਂ ਕੁਝ ਹੈਗੀਆਂ ਨੇ, ਕੁਝ ਜੇ ਨਹੀਂ ਹੈ ਤਾਂ ਉਹਨੂੰ ਹੋਰ ਮਜ਼ਬੂਤ ਕਰਨ ਦਾ ਸਵਾਲ ਹੈ, ਤਾਂ ਕਿ ਲੋਕਾਂ ਨੂੰ ਇੱਕ ਵਾਜਬ ਤਰੀਕੇ ਦੇ ਨਾਲ ਇੱਕ ਜਮਹੂਰੀ ਪ੍ਰਬੰਧ ਦੇ ਵਿੱਚ ਆਪਣੀ ਭੂਮਿਕਾ ਨਿਭਾਉਣ ਦਾ ਮੌਕਾ ਮਿਲ ਸਕੇ, ਤਾਂ ਕਿ ਉਹਨਾਂ ਨੂੰ ਗੁੰਮਰਾਹ ਨਾ ਕੀਤਾ ਜਾ ਸਕੇ ਵਾਰ-ਵਾਰ ਜਿਹੜੀਆਂ ਚੀਜ਼ਾਂ ਨੇ। ਔਰ ਪਾਰਟੀਆਂ ਮਜਬੂਰ ਹੋਣ ਕਿ ਹਕੀਕਤ ਦੇ ਆਧਾਰ ਤੇ ਆਪਣੀ ਗੱਲ ਕਹਿਣ ਮਤਲਬ ਲਈ ਆਉਣ, ਲੋਕਾਂ ਨੂੰ ਇਧਰ ਉਧਰਲੇ ਛਲਾਵੇ 'ਚ ਰੱਖ ਕੇ ਵੋਟਾਂ ਲੈ ਕੇ ਫਿਰ ਕਰਪਸ਼ਨ ਦਾ ਉਹੀ ਸਵਾਲ ਹੈ, ਉਧਰ ਨਾ ਲੱਭਣ, ਉਧਰ ਨਾ ਤੁਰਨ। ਇਸੇ ਕਰਕੇ ਸਾਰਾ ਸਵਾਲ ਨੇ ਜਿਹੜੇ ਹੁਣ ਵੀ ਚਾਹੇ ਜਿਹੜੇ ਹੋ ਰਹੇ ਨੇ। ਔਰ ਕਿਸਾਨੀ ਦਾ ਇਸ ਅੰਦੋਲਨ ਦਾ ਲੋਕਾਂ ਨੂੰ ਜਾਗਰੂਕ ਕਰਨ 'ਚ ਵੱਡੀ ਭੂਮਿਕਾ ਹੈ, ਪਰ ਉਹ ਜਾਗਰੂਕਤਾ ਲਗਾਤਾਰ ਇਹਨਾਂ ਚੋਣਾਂ 'ਚ ਦਿਖਣੀ ਚਾਹੀਦੀ ਹੈ। ਲੋਕਾਂ ਨੂੰ ਹਰ ਪਾਰਟੀ ਨੂੰ ਸਵਾਲ ਕਰਨ ਦੀ ਲੋੜ ਹੈ, ਜਿਹੜੀ ਵੀ ਮਰਜ਼ੀ ਆਉਂਦੀ ਹੈ, ਚਾਹੇ ਕਿਸਾਨਾਂ 'ਚੋਂ ਵੀ ਜਿਹੜੀ ਪਾਰਟੀ ਆਈ ਹੈ, ਕਿਸਾਨ ਉਹਨਾਂ ਨੂੰ ਵੀ ਸਵਾਲ ਕਰਨ ਕਿ ਤੇਰੇ ਕੋਲ ਕੀ ਏਜੰਡਾ ਹੈ ਜੀ। ਬਿਲਕੁਲ ਜੀ। ਬਾਕੀ ਨੂੰ ਤਾਂ ਕਰਨਾ ਹੀ ਹੈ, ਜਿਹੜੇ ਇਦੂ ਬਿਨਾਂ ਨੇ, ਜਿਨ੍ਹਾਂ ਨੇ ਤਾਂ ਹੁਣ ਤੱਕ ਕੁਝ ਨਹੀਂ ਕੀਤਾ, ਸਭ ਨੂੰ ਸਵਾਲ ਹੋਣਾ ਚਾਹੀਦਾ ਕਿ ਤੇਰੇ ਕੋਲ ਫਿਰ ਸਾਡੀ ਜ਼ਿੰਦਗੀ ਸੁਧਾਰਨ ਦਾ ਕਿਹੜਾ ਏਜੰਡਾ ਹੈ, ਕਿਹੜਾ ਮੁੱਦਾ ਹੈ, ਕਿਹੜੇ ਆਧਾਰ ਤੇ ਤੂੰ ਖੜਾ ਰਹੇਗਾ, ਤੂੰ ਹਲਫੀਆ ਬਿਆਨ ਦੇਣ ਲਈ ਤਿਆਰ ਹੈ ਕਿ ਨਹੀਂ ਹੈ। ਫਿਰ ਇਹਨਾਂ ਮੁੱਦਿਆਂ ਦੇ ਉੱਤੇ ਜੇ ਹਲਫੀਆ ਬਿਆਨ ਦੇਣ ਲਈ ਤਿਆਰ ਹੈ ਤਾਂ ਲਿਖ ਕੇ ਸਾਨੂੰ ਵੰਡ, ਤਾਂ ਕਿ ਕੱਲ ਨੂੰ ਅਸੀਂ ਤੇਰੇ ਤੋਂ ਪੁੱਛ ਸਕੀਏ ਮੁੜ ਕੇ ਕਿ ਤੂੰ ਸਾਡੇ ਆ ਕੇ ਇਹਨਾਂ ਸਵਾਲਾਂ ਤੇ ਆ ਕਹਿ ਕੇ ਗਿਆ ਸੀ ਤੇ ਮੁੜ ਕੇ ਨਹੀਂ ਕਰਨਾ। ਸਭ ਪਾਰਟੀ ਪ੍ਰਧਾਨਾਂ ਨੂੰ ਮਜਬੂਰ ਕਰਨਾ ਚਾਹੀਦਾ ਲੋਕਾਂ ਨੂੰ ਆਪਣੇ ਮੈਨੀਫੈਸਟੋ ਦੇ ਨਾਲ ਇੱਕ ਹਲਫਨਾਮਾ ਲਿਖ ਕੇ ਲਾਉਣ। ਬਿਲਕੁਲ ਕਿ ਜਿੰਨਾ ਚਿਰ ਕਾਨੂੰਨ ਨਹੀਂ ਬਣਦਾ ਉਹਨਾਂ ਚਿਰ ਅਸੀਂ ਇਹਨੂੰ ਕਾਨੂੰਨੀ ਦਸਤਾਵੇਜ਼ ਪ੍ਰਵਾਨ ਕਰਦੇ ਹਾਂ, ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਇੱਕ ਹਲਫਨਾਮਾ ਪੇਸ਼ ਕਰਦੇ ਹਾਂ, ਸਾਨੂੰ ਅਦਾਲਤ 'ਚ ਖਿੱਚਿਆ ਜਾ ਸਕੇ। ਹਰ ਪਾਰਟੀ ਦੇ ਮੈਨੀਫੈਸਟੋ ਦੇ ਦਾਇਰੇ ਦੇ ਵਿੱਚ ਲੋਕ ਇਹ ਆਵਾਜ਼ ਉਠਾਉਣ ਕੇ ਹੋਣਾ ਚਾਹੀਦਾ। ਜੇ ਨਹੀਂ ਹੈ ਤਾਂ ਉਸ ਤੋਂ ਬਾਅਦ ਕੈਂਡੀਡੇਟਾਂ ਨੂੰ ਵੀ ਮਜਬੂਰ ਕਰਨਾ ਚਾਹੀਦਾ, ਤੁਸੀਂ ਆਪੋ ਆਪਣਾ ਦਿਓ, ਤਾਂ ਜਮਹੂਰੀਅਤ ਮਜ਼ਬੂਤ ਹੋਏਗੀ, ਤਾਂ ਜਵਾਬਦੇਹੀ ਹੋਏਗੀ। ਜੀ ਸ਼ੁਕਰੀਆ ਹਮੀਰ ਸਿੰਘ ਜੀ, ਧੰਨਵਾਦ ਤੁਹਾਡਾ ਜੀ। ਮਿਹਰਬਾਨੀ। ਸੋ ਮੇਰੇ ਨਾਲ ਮੌਜੂਦ ਸਨ ਉੱਘੇ ਸਿਆਸੀ ਮਾਹਰ ਤੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ। ਵਾਕਈ ਲੋਕਾਂ ਨੂੰ ਜਿਹੜਾ ਹੁਣ ਚਾਹੀਦਾ ਹੈ, ਜੇ ਪ੍ਰੈਸ਼ਰ ਬਿਲਡ ਕਰੋਗੇ ਆਪਣੇ ਲੀਡਰਾਂ ਦੇ ਉੱਤੇ ਤਾਂ ਹੀ ਉਹ ਤੁਹਾਡੀਆਂ ਮੰਗਾਂ, ਤੁਹਾਡੇ ਮੁੱਦਿਆਂ ਦੇ ਉੱਤੇ ਆਉਣਗੇ, ਨਹੀਂ ਤਾਂ ਫਿਰ ਚਿਹਰਿਆਂ ਦੇ ਉੱਤੇ ਸਿਆਸਤ ਹੁੰਦੀ ਰਹੇਗੀ, ਪਹਿਲਾਂ ਵੀ ਹੁੰਦੀ ਸੀ ਤੇ ਗਾਂ ਵੀ ਹੁੰਦੀ ਰਹੇਗੀ। ਇਹਦੇ ਵਿੱਚ ਫਿਰ ਤੁਹਾਨੂੰ ਪੰਜਾਬ ਦਾ ਭਵਿੱਖ ਜਿਹੜਾ ਆ ਉਹ ਧੁੰਦਲਾ ਹੀ ਨਜ਼ਰ ਆਏਗਾ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।